ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗੁਰੂ ਨਾਨਕ ਨਿਕਟ ਬਸੇ ਬਨਵਾਰੀ, ਤਿਨ ਲੈਣਾ ਥਾਪ ਜੋਤ ਜਗ ਧਾਰੀ। ਲੈਣੇ ਪੰਥ ਧਰਮ ਕਾ ਕੀਆ, ਅਮਰਦਾਸ ਭੱਲੇ ਕੋ ਦੀਆ। ਤਿਨ ਸ਼੍ਰੀ ਰਾਮਦਾਸ ਸੋਢੀ ਥਿਰ ਥਪਿਓ, ਹਰ ਕਾ ਨਾਮ ਅਖੇ ਨਿਦ ਅਪਿਓ। ਅਪਿਓ ਹਰ ਨਾਮ ਅਖੇ ਨਿਦ ਚੌ ਜੁਗ, ਗੁਰ ਸੇਵਾ ਕਰ ਫਲ ਲਈਅੰ। ਬੰਦੇ ਜੋ ਚਰਨ ਸਰਣ ਸੁਖ ਪਾਵੇ, ਪਰਮਾਨੰਦ ਗੁਰਮੁਖ ਕਹੀਅੰ। ਪ੍ਰਤੱਖ ਦੇ ਪਾਰ ਬ੍ਰਹਮ ਸਾਮੀ, ਆਦ ਰੂਪ ਭੋਖਨ ਭਰਨੰ। ਸਤਿਗੁਰ ਗੁਰ ਸੇਵ ਲਖ ਗਤ ਜਾਂ ਕੀ, ਸ਼੍ਰੀ ਰਾਮਦਾਸ ਤਾਰਨ ਤਰਣੰ। ਅਲਖ ਰੂਪ ਜੀ ਲਖਿਆ ਨਾ ਜਾਈ, ਸਾਧਕ ਸਿੱਧ ਸਗਲ ਸਰਨਾਈ। ਗੁਰ ਕੇ ਬਚਨ ਜੀ ਕਰ ਧਾਰੋ ਸਾਧਨਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਕੱਤ ਸੁਦੀ ਪੰਚਮ ਨੂੰ, ਯਾਨੀ ਕਿ ਕੱਲ੍ਹ 19 ਤਰੀਕ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਹੈ। ਔਰ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਨੇ 3 ਦਿਨ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਤੇ ਹੁਕਮ ਕੀਤਾ ਵੀ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਪੰਜ ਸੁਦੀ ਨੂੰ, ਕੱਤੇ ਦੀ ਪੰਚਮ ਸੁਦੀ ਨੂੰ, ਜਾਣੀ ਕਿ ਕੱਤੇ ਦੀ ਜਿਹੜੀ ਮੱਸਿਆ ਹੁੰਦੀ ਆ, ਉਹਦੀ ਪੰਜਵੇਂ ਦਿਨ ਨੂੰ ਮਹਾਰਾਜ ਜੋਤੀ ਜੋਤ ਸਮਾਏ। ਜਾਣੀ ਕਿ 19 ਤਰੀਕ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾਉਣ ਦਾ ਪੁਰਬ ਆ ਰਿਹਾ। ਕੱਲ੍ਹ ਅੱਜ 18 ਤੇ 16 ਤਰੀਕ ਨੂੰ ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਨੇ ਆਖਿਆ ਵੀ ਸਾਡਾ ਹੁਣ ਸਮਾਂ ਆ ਗਿਆ ਵਾ, ਅਸੀਂ ਇਸ ਫਾਨੀ ਸੰਸਾਰ ਤੋਂ ਕੂਚ ਕਰ ਜਾਣਾ ਹੈ। ਤੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਬਖਸ਼ ਕੇ ਹੁਕਮ ਜਾਰੀ ਕਰਤਾ ਸਿੱਖ ਕੌਮ ਨੂੰ ਕਿ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ। ਸਭ ਸਿੱਖਣ ਕੋ ਹੁਕਮ ਹੈ। ਕੁਝ ਬੇਨਤੀਆਂ ਹੁੰਦੀਆਂ, ਕੁਝ ਅਪੀਲਾਂ ਹੁੰਦੀਆਂ, ਪਰ ਇਹ ਨਾ ਬੇਨਤੀ ਨਾ ਅਪੀਲ ਆ, ਇਹ ਕੌਮ ਨੂੰ ਹੁਕਮ ਹੈ। ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ ਹੁਕਮ ਕਰ ਦਿੱਤਾ ਸੀ ਵੀ ਆਉਣ ਵਾਲਾ ਜਿਹੜਾ ਗੁਰੂ ਹੈ ਉਹ ਗੁਰੂ ਅੰਗਦ ਸਾਹਿਬ ਜੀ ਨੇ। ਬਾਬਾ ਮੜੀ ਨਾ ਗੋਰ, ਬਾਬਾ ਅੰਗਦ ਕੇ ਹੀਏ ਮੇ,
ਕਹਿਣ ਲੱਗੇ ਹੁਣ ਸਾਡੀਆਂ ਕੋਈ ਮੜੀਆਂ ਕਬਰਾਂ ਨਾ ਬਣਾ ਕੇ ਬਹਿ ਜਿਓ ਜੇ, ਤੇ ਸਾਡੇ ਅੰਗੀਠੇ ਬਣਾ ਕੇ ਨਾ ਬਹਿ ਜਿਓ, ਤੇ ਸਾਡੀ ਪੂਜਾ ਨਾ ਕਰਨ ਲੱਗ ਪਿਓ ਜੇ ਹੱਡੀਆਂ ਹੁੱਡੀਆਂ ਦੀ ਜਾਂ ਸਰੀਰਾਂ ਦੀ। ਮੈਂ ਹੁਣ ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ ਪ੍ਰਗਟ ਹੋਇਆ। ਇਹ 10 ਜਾਮਿਆਂ ਤੱਕ ਕਿਰਿਆ ਚੱਲਦੀ ਰਹੀ। ਗੁਰਿਆਈ ਜਿਹੜੀ ਸੀ ਸਰੀਰ ਨੂੰ ਬਖਸ਼ਦੇ ਰਹੇ, ਪਰ ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਨੇ ਹਜ਼ੂਰ ਸਾਹਿਬ ਦੀ ਧਰਤੀ ਤੋਂ ਆਖਿਆ ਵੀ ਹੁਣ ਜਿਹੜਾ ਵਿਅਕਤੀ ਗੁਰੂ ਆ ਉਹ ਨਹੀਂ ਰਹੇਗਾ, ਹੁਣ ਸ਼ਬਦ ਗੁਰੂ ਰਹੇਗਾ। ਆਖਿਆ ਵੀ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਹੁਣ ਇਹ ਕਈ ਕਹਿੰਦੇ ਵੀ ਗੁਰਬਾਣੀ 'ਚ ਨਹੀਂ ਲਿਖਿਆ, ਸਾਨੂੰ ਦੱਸੋ ਇਹ ਲਿਖਿਆ ਕਿੱਥੇ ਆ ਕਿ ਆਗਿਆ ਭਈ ਅਕਾਲ ਕੀ, ਕਿਹਨੇ ਲਿਖਿਆ ਹੈ? ਜਦੋਂ ਕੋਈ ਮਹਾਂਪੁਰਖ ਪੀਰ ਪੈਗੰਬਰ ਧਰਤੀ ਤੋਂ ਜਾਣ ਲੱਗਦਾ, ਉਹ ਗ੍ਰੰਥ ਨਹੀਂ ਲਿਖਦਾ, ਉਹ ਕੇਵਲ ਹੁਕਮ ਕਰ ਦਿੰਦਾ, ਹਦਾਇਤ ਕਰ ਦਿੰਦਾ ਕਿ ਅਸੀਂ ਚੱਲੇ ਹਾਂ ਤੇ ਆਹ ਸਾਡੀ ਹਦਾਇਤ ਹੈ। ਤੇ ਮੈਂ ਅੱਗੇ ਵੀ ਕਹਿਣਾ ਨਾ ਕਿ ਜਿਹੜਾ ਆਖਰੀ ਬਚਨ ਮਹਾਂਪੁਰਖਾਂ ਦਾ ਹੁੰਦਾ ਹੈ ਨਾ, ਉਹ ਉਹਨਾਂ ਦੀ ਸਾਰੀ ਜ਼ਿੰਦਗੀ ਦਾ ਤੱਤ ਹੁੰਦਾ ਹੈ। ਹਾਲਾਂਕਿ ਮਹਾਂਪੁਰਖ ਪੀਰ ਪੈਗੰਬਰ ਸਾਰੀ ਜ਼ਿੰਦਗੀ ਸੰਸਾਰ ਨੂੰ ਉਪਦੇਸ਼ ਦਿੰਦੇ ਨੇ, ਸੰਸਾਰ ਦੇ ਭਲੇ ਵਾਸਤੇ ਉਪਦੇਸ਼ ਦਿੰਦੇ ਨੇ, ਪਰ ਜਿਹੜਾ ਆਖਰੀ ਬਚਨ ਉਹਨਾਂ ਮਹਾਂਪੁਰਖਾਂ ਦਾ ਹੁੰਦਾ ਉਹ ਸਾਰੀ ਜ਼ਿੰਦਗੀ ਦਾ ਤੱਤ ਹੁੰਦਾ ਹੈ, ਨਿਚੋੜ ਹੁੰਦਾ ਹੈ। ਅੰਤੇ ਸਤਿਗੁਰ ਬੋਲਿਆ, ਅੰਤੇ ਲਿਖਿਆ ਨਹੀਂ ਜਾਂਦਾ, ਅੰਤੇ ਬੋਲਿਆ ਜਾਂਦਾ। ਇਹ ਕਈ ਕਹਿੰਦੇ ਵੀ ਕਿੱਥੇ ਲਿਖਿਆ ਆ ਗਿਆ ਭਈ ਅਕਾਲ ਕੀ, ਉਹ ਲਿਖਿਆ ਨਹੀਂ ਜਾਂਦਾ ਭਾਈ। ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਅਖੀਰ ਸਮੇਂ ਜਦੋਂ ਮਹਾਂਪੁਰਖ ਆਖਰੀ ਦਮ ਤੇ ਹੁੰਦੇ ਨੇ ਤੇ ਉਦੋਂ ਕੋਈ ਆਖਰੀ ਗੱਲ ਕਹਿ ਕੇ ਫਾਨੀ ਸੰਸਾਰ ਤੋਂ ਕੂਚ ਕਰ ਜਾਂਦੇ ਨੇ। ਇਹ ਗੁਰੂ ਗੋਬਿੰਦ ਸਿੰਘ ਇੱਥੇ ਕੋਈ ਗ੍ਰੰਥ ਨਹੀਂ ਲਿਖ ਰਹੇ, ਕੋਈ ਕਿਤਾਬਾਂ ਨਹੀਂ ਲਿਖ ਰਹੇ, ਬੈਠੇ ਹੋਏ ਨੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਜੋਤੀ ਜੋ ਸਮਾਉਣ ਤੋਂ ਪਹਿਲਾਂ 2-3 ਦਿਨ ਪਹਿਲਾਂ ਮਾਰ ਨੇ ਗੁਰਤਾ ਗੱਦੀ 5 ਪਿਆਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਖਿਲਾਰ ਕੇ ਆਖਿਆ ਵੀ ਅੱਜ ਤੋਂ ਬਾਅਦਾਂ ਹੁਣ ਕੋਈ ਵਿਅਕਤੀ ਗੁਰੂ ਨਹੀਂ ਹੋਏਗਾ, ਜੋਤ ਗੁਰੂ ਗ੍ਰੰਥ ਸਾਹਿਬ ਤੇ ਹੋਏਗੀ। ਤੇ ਸਰੀਰ ਕਰਕੇ ਜੇ ਸਾਡਾ ਕਿਸੇ ਨੇ ਦਰਸ਼ਨ ਕਰਨਾ ਹੋਵੇ, ਜੁਗਤ ਪੰਥ ਦੇ ਕੋਲ ਹੋਏਗੀ, ਜੋਤ ਗ੍ਰੰਥ ਵਿੱਚ ਹੋਏਗੀ। ਜੋ ਤੋਹਾ ਜੁਗਤ ਸਾਇ ਸਹਿਕਾਇਆ ਫੇਰ ਪਲਟੀਏ। ਇਹ ਜਦੋਂ ਵੀ ਗੁਰੂ ਪੀਰ ਸੰਸਾਰ ਤੋਂ ਫਾਨੀ ਸੰਸਾਰ ਤੋਂ ਕੂਚ ਕਰਦੇ ਨੇ ਤੇ ਲੋਕੀ ਵਹਿਮ ਭਰਮ ਚ ਪੈ ਜਾਂਦੇ ਨੇ ਵੀ ਸਰੀਰ ਉਹ ਤਾਂ ਰਿਹਾ ਹੀ ਨਹੀਂ ਹੁਣ ਗੁਰੂ, ਤੇ ਅਗਲਾ ਸਰੀਰ ਕਿਵੇਂ ਗੁਰੂ ਬਣ ਗਿਆ? ਜੇ ਅੱਜ ਗੁਰੂ ਗੋਬਿੰਦ ਸਿੰਘ ਫਾਨੀ ਸੰਸਾਰ ਤੋਂ ਚੱਲੇ ਨੇ ਤੇ ਗੁਰੂ ਸ਼ਬਦ ਕਿਵੇਂ ਹੋ ਸਕਦਾ ਹੈ? ਕਈ ਲੋਕ ਇਹ ਵੀ ਸ਼ੱਕ ਕਰਦੇ ਨੇ ਗ੍ਰੰਥ ਬੋਲਦਾ ਨਹੀਂ ਆ, ਗ੍ਰੰਥ ਗੁਰੂ ਨਹੀਂ ਹੁੰਦਾ। ਗੁਰੂ ਤੇ ਉਹ ਹੁੰਦਾ ਜਿਹੜਾ ਪੜ੍ਹ ਸੁਣ ਕੇ ਸੁਣਾਵੇ, ਜੇ ਬੋਲੇ ਤੁਹਾਡੀ ਕੋਈ ਗੱਲ ਸੁਣੇ, ਉਹ ਗੁਰੂ ਹੁੰਦਾ ਹੈ। ਤੇ ਇਸ ਕਰਕੇ ਇਹ ਸੰਸਾਰ ਭਾਵੇਂ ਲੱਖ ਸਿਆਣਾ ਬਣ ਜੇ, ਪਰ ਇਹ ਧਰਮ ਦੀ ਦੁਨੀਆ ਵਿੱਚ ਮੂਰਖ ਬਣਿਆ ਫਿਰਦਾ ਸੰਸਾਰ ਹੈ। ਮੈਂ ਸੁਣ ਰਿਹਾ ਸੀ ਦੇਹਧਾਰੀ ਗੁਰੂ ਆ ਜਿਹੜੇ ਨਾਮਦਾਨ ਦਿੰਦੇ ਨੇ, ਮੈਂ ਬੜਾ ਹੈਰਾਨ ਹੈ ਵੀ ਦੁਨੀਆ ਕਿੱਥੇ ਦੀ ਕਿੱਥੇ ਚਲ ਗਈ ਆ ਤੇ ਧਰਮ ਦਾ ਇਸ ਦੁਨੀਆ ਨੂੰ ਕੱਖ ਨਹੀਂ ਪਤਾ ਲੱਗਾ। ਉਹ ਦੇਹਧਾਰੀ ਗੁਰੂ ਬੈਠਾ ਨਾਮਦਾਨ ਦੇਣ ਵਾਲਾ, ਬਿਆਸਾ ਵਾਲਾ, ਤੇ ਲੋਕੀ ਸਵਾਲ ਕਰਦੇ ਵੀ ਗੁਰੂ ਜੀ ਤੁਹਾਡਾ ਅਸੀਂ ਧਿਆਨ ਧਰਨ ਦੀ ਬੜੀ ਕੋਸ਼ਿਸ਼ ਕਰਦੇ ਤੇ ਤੁਹਾਡਾ ਧਿਆਨ ਨਹੀਂ ਸਾਡੇ ਚਿੱਤ ਵਿੱਚ ਆਉਂਦਾ। ਕਹਿੰਦਾ ਚਲੋ ਕੋਈ ਗੱਲ ਨਹੀਂ, ਜੇ ਤੁਹਾਡਾ ਧਿਆਨ ਨਹੀਂ ਚਿੱਤ ਵਿੱਚ, ਤੁਹਾਡੇ ਚਿੱਤ 'ਚ ਮੈਂ ਨਹੀਂ ਆਉਂਦਾ, ਮੈਂ ਤੁਹਾਡੇ ਚਿੱਤ, ਮੇਰੇ ਤੁਸੀਂ ਚਿੱਤ ਵਿੱਚ ਹੀ ਹੋ। ਇਹ ਦੇਹਧਾਰੀ ਗੁਰੂਆਂ ਨੇ ਡੰਬ ਰਚੇ ਹੋਏ ਨੇ। ਨਹੀਂ, ਕਿਸੇ ਵੀ ਗੁਰੂ ਦਾ ਸਰੀਰ ਦਾ ਧਿਆਨ ਨਹੀਂ ਧਰਨਾ, ਨਾ ਗੁਰੂ ਨਾਨਕ ਸਾਹਿਬ, ਨਾ ਗੁਰੂ ਗੋਬਿੰਦ ਸਿੰਘ। ਕਿਸੇ ਵੀ ਜਦੋਂ ਸਿੱਖ ਨੇ ਸਾਧਨਾ ਕਰਨੀ ਆ, ਸਿਮਰਨ ਕਰਨਾ, ਜਪ ਕਰਨਾ ਵਾ, ਕਿਸੇ ਦਾ ਧਿਆਨ ਨਹੀਂ ਧਰਨਾ। ਕਈ ਕਹਿੰਦੇ ਜੀ ਹਰਿਮੰਦਰ ਸਾਹਿਬ ਦਾ ਧਿਆਨ ਧਰਿਆ ਕਰੋ, ਕੋਈ ਕਹਿੰਦਾ ਫੋਟੋ ਦਾ ਧਿਆਨ ਧਰਿਆ ਕਰੋ। ਨਹੀਂ, ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਆ, ਧਿਆਨ ਧਰੋ ਤੈ ਕੋ ਜਗ ਮੈਂ, ਧਿਆਨ ਧਰੋ ਤੈ ਕੋ ਮਨ ਮੈਂ, ਜੈ ਕੋ ਅਮਤੋ ਛਬੇ ਜਗ ਸਾਇਓ। ਕਿਸੇ ਦਾ ਧਿਆਨ ਨਹੀਂ ਧਰਨਾ। ਧਿਆਨ ਬਸ
ਆਪਣੇ ਆਪ ਦਾ ਹੀ ਧਿਆਨ ਧਰਨਾ ਹੈ। ਸ਼ਬਦ ਦੁਆਰਾ ਆਪਣੇ ਆਪ ਨੂੰ ਪਹਿਚਾਨਣਾ, ਆਪਣੇ ਆਪ ਨੂੰ ਦੇਖਣਾ। ਤੇ ਮਹਾਰਾਜ ਹੁਣ ਫਾਨੀ ਸੰਸਾਰ ਤੋਂ ਕੂਚ ਕਰਨ ਲੱਗੇ, ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਜੀ ਮਹਾਰਾਜ। ਤੇ ਉਹਨਾਂ ਨੇ ਆਖਰੀ ਬਚਨ ਜਿਹੜਾ ਕਿਹਾ ਸੀ ਵੀ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ। ਇਹ ਮੈਂ ਕਿਹਾ ਲੋਕੀ ਸ਼ੱਕ ਕਰਦੇ ਨੇ ਕਿੱਥੇ ਲਿਖਿਆ ਵਾ, ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੀ ਨਹੀਂ ਹੈ। ਇਹ ਕਿੱਥੇ ਲਿਖਿਆ ਵੀ ਗ੍ਰੰਥ ਵੀ ਗੁਰੂ ਹੁੰਦਾ ਹੈ? ਹਾਲਾਂਕਿ ਗੁਰੂ ਕੀ ਬਾਣੀ 'ਚ ਬਚਨ ਆਉਂਦਾ ਵੀ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਇਹ ਲਿਖਿਆ ਕਿੱਥੇ ਆ? ਇਹ ਗੁਰੂ ਗੋਬਿੰਦ ਸਿੰਘ ਨੇ ਬਚਨ ਕੀਤਾ ਸੀ ਤੇ ਸਮਕਾਲੀ ਕਵੀ ਭਾਈ ਪ੍ਰਹਲਾਦ ਸਿੰਘ ਨੇ ਇਸ ਬਚਨ ਨੂੰ ਲਿਖਿਆ ਹੋਇਆ ਵਾ ਰਹਿਤਨਾਮਿਆਂ 'ਚ। ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ। ਕੀ ਹੁਕਮ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ? ਆਖਰੀ ਹੁਕਮ ਜਿਹੜਾ ਮਹਾਰਾਜ ਦਾ ਕਿ ਗੁਰੂ ਮਾਨਿਓ ਗ੍ਰੰਥ। ਜਿਹੜੀ ਅਗਲੀ ਤੁਕ ਤੇ ਥੋੜਾ ਜਿਹਾ ਵਹਿਮ ਭਰਮ ਜਿਹਾ ਪਾਇਆ ਗਿਆ ਵੀ ਉੱਥੇ ਲਿਖਿਆ ਗਿਆ ਵੀ ਗੁਰੂ ਖਾਲਸਾ ਮਾਨਿਓ। ਗੁਰੂ ਗ੍ਰੰਥ ਸਾਹਿਬ ਨੂੰ ਉਹ ਵਿਅਕਤੀ ਮੰਨ ਸਕਦਾ ਜਿਹੜਾ ਪਹਿਲੋਂ ਖਾਲਸੇ ਨੂੰ ਮੰਨੇ, ਅਥਵਾ ਖਾਲਸੇ ਦੇ ਕੋਲੋਂ ਪੰਜਾਂ ਪਿਆਰਿਆਂ ਕੋਲੋਂ ਗੁਰੂ ਕੇ ਅੰਮ੍ਰਿਤ ਨੂੰ ਛਕੇ ਤੇ ਫੇਰ ਹੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਸਕਦਾ। ਗੁਰੂ ਖਾਲਸਾ ਮਾਨਿਓ ਪ੍ਰਗਟ ਗੁਰਾਂ ਕੀ ਦੇ। ਮਰ ਕਹਿੰਦੇ ਜਿਹੜਾ ਪੰਥ ਵਾ ਨਾ ਮੇਰਾ, ਇਹ ਮੇਰੀ ਦੇਹ ਵਾ, ਇਸ ਨੂੰ ਮੰਨਣਾ ਪੈਣਾ ਤੁਹਾਨੂੰ, ਕਿਉਂਕਿ ਮੈਂ ਇਸ ਨੂੰ ਮੰਨਿਆ ਹੋਇਆ ਵਾ ਪੰਥ ਨੂੰ। ਗੁਰੂ ਖਾਲਸਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਨੇ ਉਹ 1699 ਵਿਸਾਖੀ ਵਾਲੇ ਦਿਨ ਗੁਰੂ ਨਹੀਂ ਰਹੇ, ਉਹ ਖਾਲਸਾ ਬਣ ਗਏ। ਗੁਰੂ ਖਾਲਸਾ, ਖਾਲਸਾ ਗੁਰੂ। ਜਿਹੜਾ ਗੁਰੂ ਗੋਬਿੰਦ ਸਿੰਘ ਸੀ ਉਹ ਅੱਜ ਪੰਜਾਂ ਦੇ ਪੇਸ਼ ਹੋ ਕੇ ਕਹਿਣ ਲੱਗੇ ਮੈਨੂੰ ਖਾਲਸਾ, ਮੈਂ ਤੁਹਾਡਾ ਤੁਸੀਂ ਮੇਰੇ ਗੁਰੂ ਹੋ ਤੇ ਮੈਂ ਖਾਲਸਾ। ਖਾਲਸਾ ਗੁਰੂ, ਗੁਰੂ ਖਾਲਸਾ ਅਬ ਤੇ ਬਿਧ ਇਹ ਸ਼ੁਰੂ। ਮਾਰ ਕਹਿੰਦੇ ਅੱਜ ਤੋਂ ਬਾਅਦ ਜਿਨ੍ਹਾਂ ਪੰਜਾਂ ਪਿਆਰਿਆਂ ਦੇ ਮੈਂ ਪੇਸ਼ ਹੋ ਕੇ ਅੰਮ੍ਰਿਤ ਛਕ ਲਿਆ, ਜਿਨ੍ਹਾਂ ਪੰਜਾਂ ਪਿਆਰਿਆਂ ਨੂੰ ਮੈਂ ਗੁਰੂ ਮੰਨ ਲਿਆ, ਉਸ ਪੰਥ ਨੂੰ ਮੰਨਣਾ ਤੁਸਾਂ। ਦੂਸਰਾ ਹੁਕਮ ਹੈ, ਪਹਿਲਾ ਹੁਕਮ ਆਗਿਆ ਪਈ ਅਕਾਲ ਕੀ ਤੇ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਦੂਸਰਾ ਹਦਾਇਤ ਸੀ ਵੀ ਗੁਰੂ ਖਾਲਸਾ ਮਾਨਿਓ ਪ੍ਰਗਟ ਗੁਰਾਂ ਕੀ ਦੇ। ਇਹ ਜਿਹੜਾ ਖਾਲਸਾ ਵਾ ਸਾਡੀ ਦੇਹ ਵਾ, ਇਸ ਨੂੰ ਵੀ ਤੁਸੀਂ ਮੰਨਣਾ ਹੈ। ਕਈ ਇੱਥੇ ਹੁਣ ਇਹ ਵੀ ਪੜ੍ਹਦੇ ਨੇ ਕਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਕਈ ਇਸ ਤਰ੍ਹਾਂ ਪੜ੍ਹਦੇ ਨੇ, ਪਰ ਇਹ ਗਿਆਨੀ ਗਿਆਨ ਸਿੰਘ ਨੇ ਇਸ ਤਰ੍ਹਾਂ ਲਿਖਿਆ ਵਾ ਵੀ ਗੁਰੂ ਗ੍ਰੰਥ ਜੀ ਮਾਨੀਏ ਪ੍ਰਗਟ ਗੁਰਾਂ ਕੀ ਦੇ। ਪਰ ਜਿਹੜਾ ਪਹਿਲੋਂ ਲਿਖਿਆ ਗਿਆ ਉਹ ਲਿਖਿਆ ਗਿਆ ਗੁਰੂ ਖਾਲਸਾ ਮਾਨੀਏ ਪ੍ਰਗਟ ਗੁਰਾਂ ਕੀ ਦੇ। ਪੰਜ ਪਿਆਰੇ ਗੁਰੂ ਗੋਬਿੰਦ ਸਿੰਘ ਦੀ ਦੇਹ ਨੇ, ਸਰੀਰ ਨੇ। ਇਨ ਪੰਚਨ ਮੇ ਮੇਰੋ ਵਾਸਾ, ਮਹਾਰਾਜ ਨੇ ਕਿਹਾ ਸੱਚੇ ਪਾਤਸ਼ਾਹ ਨੇ। ਇਹ ਫਿਰ ਆਖਰੀ ਬਚਨ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਹ ਫਾਨੀ ਸੰਸਾਰ ਤੋਂ ਕੂਚ ਕਰ ਜਾਂਦੇ ਨੇ। ਤੇ ਉਹ ਜੋ ਉਹਨਾਂ ਨੇ ਬਚਨ ਕਹੇ ਨੇ ਉਹ ਆਪਾਂ ਕੱਲ ਦੇ ਸਮੇਂ 'ਚ ਕਵਾਂਗੇ। ਅੱਜ ਜਿਹੜਾ ਅਸੀਂ ਆਪ ਤੁਹਾਡੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣੀ ਆ ਉਹ ਇਹ ਆ ਵੀ ਗੁਰੂ ਗੋਬਿੰਦ ਸਿੰਘ ਦੇ ਅੰਤਮ ਸਮੇਂ ਨੂੰ ਲੈ ਕੇ ਬੜੇ ਭੁਲੇਖੇ ਪਾਏ ਗਏ ਨੇ, ਬੜੇ, ਥੋੜੇ ਨਹੀਂ। ਉਹਦੇ ਵਿੱਚ ਕਵੀ ਸੰਤੋਖ ਸਿੰਘ ਨੇ ਬਹੁਤ ਕੁਝ ਮਹਾਰਾਜ ਦੇ ਬਾਰੇ ਗਲਤ ਲਿਖਿਆ। ਤੇ ਸਾਡੇ ਮੈਂ ਉਦੋਂ ਵੀ ਕਿਹਾ ਸੀ ਕੌਮ ਦੇ ਜਿੰਨੇ ਵਿਦਵਾਨ ਨੇ, ਗਿਆਨੀ ਨੇ, ਉਹਨਾਂ ਦੀ ਹਿੰਮਤ ਨਹੀਂ ਬਣਦੀ ਵੀ ਉਸ ਝੂਠ ਨੂੰ ਉਹ ਦੁਨੀਆ ਦੇ ਸਾਹਮਣੇ ਰੱਖ ਦੇਣ। ਜਿਹੜਾ ਝੂਠ ਕਵੀ ਸੰਤੋਖ ਸਿੰਘ ਨੇ ਲਿਖਿਆ ਉਹੀ ਝੂਠ ਲੋਕਾਂ ਨੂੰ ਸੁਣਾਇਆ ਗਿਆ ਤੇ ਉਹੀ ਝੂਠ ਮਸ਼ਹੂਰ ਹੋ ਗਿਆ। ਤੇ ਜੇ ਕੋਈ ਅੱਜ ਕੱਲ੍ਹ ਕੋਈ ਉਹਦੇ ਪਰੇ ਜਾ ਕੇ ਗੱਲ ਕਰਦਾ ਤੇ ਉੱਤੇ ਲੋਕੀ ਕਿੰਤੂ ਪਰੰਤੂ ਕਰਦੇ ਨੇ। ਹੁਣ ਜਿਹੜਾ ਕਵੀ ਸੰਤੋਖ ਸਿੰਘ ਨੇ ਲਿਖਿਆ ਵੀ ਗੁਰੂ ਗੋਬਿੰਦ ਸਿੰਘ ਨੇ ਜਦੋਂ ਆਖਰੀ ਸਮਾਂ ਆ ਗਿਆ ਤੇ ਉਹਨਾਂ ਨੇ ਆਖਿਆ ਵੀ ਇੱਕ ਚਾਨਣੀ ਕਨਾਤ ਲਾਓ। ਜਿਵੇਂ ਪੁਰਾਣੇ ਸਮੇਂ ਆਪਾਂ ਕਨਾਤਾਂ ਲਾਉਂਦੇ ਸੀ ਘਰ 'ਚ, ਵਿਆਹ ਸ਼ਾਦੀਆਂ ਦੇ ਮੌਕੇ ਹੁਣ ਵੀ ਲੱਗਦੀਆਂ ਨੇ। ਧੰਨ ਗੁਰੂ ਗੋਬਿੰਦ ਸਿੰਘ ਨੇ ਇੱਕ ਕਨਾਤ ਲਵਾਈ। ਜਿਹੜਾ ਝੂਠ ਲਿਖਿਆ ਗਿਆ ਵੀ ਉੱਥੇ ਸਰੀਰ ਨਹੀਂ ਛੱਡਿਆ ਮਹਾਰਾਜ ਨੇ, ਸਰੀਰ ਅਲੋਪ ਹੋ ਗਿਆ ਉੱਥੋਂ। ਜਿਹੜਾ ਝੂਠ ਲਿਖਿਆ ਗਿਆ ਤੇ ਜਿਹੜਾ ਮੰਨਿਆ ਜਾ ਰਿਹਾ ਹਜੂਰ ਸਾਹਿਬ ਝੂਠ, ਉਹ
ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇੱਕ ਕਨਾਤ ਲਵਾਈ ਤੇ ਉਸ ਕਨਾਤ ਦੇ ਅੰਦਰ ਮਹਾਰਾਜ ਨੇ ਇੱਕ ਚਿਖਾ ਚਨਾ ਦਿੱਤੀ ਚੰਦਨ ਦੀ ਲੱਕੜੀ ਦੀ, ਤੇ ਮਹਾਰਾਜ ਨੇ ਸ਼ਸਤਰ ਬਸਤਰ ਸਜਾ ਲਏ, ਤੀਰ ਕਮਾਨ ਤੇ ਹੱਥ ਵਿੱਚ ਵੀ ਭਾਲਾ ਬਰਸ਼ਾ। ਜੋ ਕਵੀ ਸੰਤੋਖ ਸਿੰਘ ਨੇ ਬਹੁਤ ਕੁਝ ਲਿਖਿਆ ਤੇ ਕਹਿਣ ਲੱਗੇ ਅਸੀਂ ਸੱਚਖੰਡ ਨੂੰ ਚੱਲੇ ਹਾਂ, ਤੇ ਮਹਾਰਾਜ ਇੰਨਾ ਕਹਿ ਕੇ ਬਚਨ ਕਹਿ ਕੇ ਉਹ ਕਨਾਤ ਦੇ ਅੰਦਰ ਚਲ ਜਾਂਦੇ ਨੇ ਜਿੱਥੇ ਚਿਖਾ ਚੁਣੀ ਹੋਈ ਹੈ, ਤੇ ਕਿਸੇ ਸਿੱਖ ਨੂੰ ਆਖਿਆ ਵੀ ਤੁਸਾਂ ਅੰਦਰ ਨਹੀਂ ਆਉਣਾ ਕਨਾਤ ਦੇ ਜਿੱਥੇ ਸਾਡੀ ਚਿਖਾ ਚੁਣੀ ਆ। ਤੇ ਮਹਾਰਾਜ ਉਸ ਸ਼ਸਤਰਾਂ ਬਸਤਰਾਂ ਨੂੰ ਸਜਾ ਕੇ ਹੋਰ ਵੀ ਬੜਾ ਕੁਝ ਲਿਖਿਆ ਉਹ ਕਵੀ ਸੰਤੋਖ ਸਿੰਘ ਨੇ, ਭੰਗ ਪੀ ਲਈ ਜਾਂ ਹੋਰ ਕੁਝ ਵੀ। ਉਹ ਫਿਰ ਜਦੋਂ ਅੰਦਰ ਚਲ ਜਾਂਦੇ ਨੇ ਕਨਾਤ ਦੇ, ਤੇ ਉੱਥੇ ਮਹਾਰਾਜ ਆਪਣੀ ਚਿਖਾ ਨੂੰ ਆਪ ਚੁਆਂਤੀ ਲਾਉਂਦੇ ਨੇ। ਜਦੋਂ ਚਿਖਾ ਲੜ ਬਲ ਜਾਂਦੀ ਆ ਤੇ ਉੱਥੇ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਖਲੋਤੇ ਹੋਏ ਨੇ। ਮੈਂ ਕਹਿ ਰਿਹਾ ਸੀ ਇਹ ਪਤਾ ਨਹੀਂ ਲੋਕ ਭਰਮ ਕਿਉਂ ਪਾਉਂਦੇ ਨੇ, ਤੇ ਜਿਹੜਾ ਕਵੀ ਸੰਤੋਖ ਸਿੰਘ ਨੇ ਇਹ ਝੂਠ ਲਿਖਿਆ, ਇਹ ਕੋਈ ਕਰੀਬ ਗੁਰੂ ਗੋਬਿੰਦ ਸਿੰਘ 1708 ਦੇ ਵਿੱਚ ਜੋਤੀ ਜੋਤ ਸਮਾਉਂਦੇ ਨੇ, ਤੇ ਕਵੀ ਸੰਤੋਖ ਸਿੰਘ ਨੇ ਕਰੀਬ 1850 ਦੇ ਲਾਗੇ ਜਾ ਕੇ ਗ੍ਰੰਥ ਲਿਖਿਆ। ਕਰੀਬ 125 ਸਾਲ, ਇੱਕ ਸਦੀ ਤੋਂ ਬਾਅਦਾਂ ਜਾ ਕੇ ਅੱਜ ਜਿਹੜੀ ਗੱਲ ਹੋ ਗਈ ਇੱਥੇ ਹੁਣ ਸੰਨ ਚੱਲ ਰਹੀ ਆ 2020, ਅੱਜ ਦੀ ਗੱਲ ਨੂੰ ਕੋਈ 2120 ਦੇ ਵਿੱਚ ਜਾ ਕੇ 100 ਸਾਲ ਬਾਅਦਾਂ ਕੋਈ ਲਿਖੇ ਆਪਣੀ ਕਲਪਨਾ ਦੇ ਮੁਤਾਬਕ। ਕੀ ਉਹ ਸੱਚ ਹੋਣਗੀਆਂ ਗੱਲਾਂ? ਕਿਸ ਤਰ੍ਹਾਂ ਸੱਚ ਮੰਨੀਆਂ ਜਾ ਸਕਦੀਆਂ ਜਿਹੜੀਆਂ ਅੱਜ ਤੋਂ 100 ਸਾਲ ਬਾਅਦਾਂ? ਹੋਰ ਗੱਲ ਹੈ ਭਾਈ, ਆ ਜਿਹੜਾ 84 ਦਾ ਦੁਖਾਂਤ ਸਾਡੇ ਸਾਹਮਣੇ ਦਰਬਾਰ ਸਾਹਿਬ ਵਾਪਰਿਆ, ਬੇਗੁਨਾਹ ਲੋਕਾਂ ਨੂੰ ਉੱਥੇ ਫੌਜ ਵੱਲੋਂ ਮਾਰਿਆ ਗਿਆ ਜਾਂ ਉੱਥੇ ਗੁਰੂ ਘਰ ਦਾ ਅਪਮਾਨ ਹੋਇਆ, ਜੋ ਕੁਝ ਵੀ ਹੋਇਆ, ਇਹਦੇ ਬਾਰੇ ਜੋ ਵੀ ਅੱਜ ਤੱਕ ਲਿਖਿਆ ਗਿਆ ਗਲਤ ਲਿਖਿਆ ਗਿਆ। ਇਹ ਆ ਦੁਨੀਆ ਦੇ ਸਾਹਮਣੇ ਸਭ ਕੁਝ ਹੋਇਆ। ਉਹ ਜਿਨ੍ਹਾਂ ਦੇ ਨਾਲ ਹੋਇਆ ਉਹ ਜੇ ਧਰਤੀ ਉੱਤੇ ਜੀਂਦੇ ਨੇ, ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਹੋਇਆ ਉਹ ਵੀ ਜੀਂਦੇ ਨੇ, ਪਰ ਜੋ ਕੁਝ ਲਿਖਿਆ ਗਿਆ 84 ਦੇ ਬਾਰੇ ਉਹ ਗਲਤ ਲਿਖਿਆ ਗਿਆ। ਉਹ ਕੁਲਦੀਪ ਸਿੰਘ ਬਰਾੜ ਨੇ ਜਿਹੜੀ ਕਿਤਾਬ ਲਿਖੀ ਹੈ ਉਹ ਕੋਈ 95% ਉਸ ਨੇ ਝੂਠ ਲਿਖ ਦਿੱਤਾ, ਤੇ ਸਾਡੇ ਕਵੀਸ਼ਰਾਂ ਨੇ ਉਸ ਝੂਠ ਨੂੰ ਸਟੇਜਾਂ ਉੱਤੇ ਲਿਆਣ ਕੇ ਖੂਬ ਅੱਗ ਮਚਾ ਦਿੱਤੀ। ਇਹ ਜੋ ਲਿਖਿਆ ਗਿਆ ਉਹ ਵੀ ਗਲਤ ਲਿਖਿਆ ਗਿਆ 84 ਬਾਰੇ, ਜੋ ਬੋਲਿਆ ਗਿਆ ਸਟੇਜਾਂ ਉੱਤੇ ਉਹ ਵੀ ਗਲਤ ਬੋਲਿਆ ਗਿਆ। ਇਹ 100 ਸਾਲ ਬਾਅਦਾਂ ਜਦੋਂ 2084 ਆਵੇਗਾ ਨਾ, 2084 100 ਸਾਲ ਬਾਅਦਾਂ ਫਿਰ ਸਾਡੀਆਂ ਗਲਤੀਆਂ ਦਾ ਸਾਨੂੰ ਪਤਾ ਲੱਗੇਗਾ ਵੀ ਅਸੀਂ ਕਿੱਥੇ ਕਿੱਥੇ ਗਲਤ ਹੋ ਗਏ ਸਾਂ। ਹੁਣ ਤੇ ਕੋਈ ਬੋਲਣ ਨਹੀਂ ਦਿੰਦਾ, ਜੇ ਕੋਈ ਬੋਲਦਾ ਤੇ ਉਹ ਡਾਂਗਾ ਲੈ ਕੇ ਡਾਂਗਾ ਵਾਲੇ ਆ ਜਾਂਦੇ ਨੇ। ਮੈਂ ਕਹਿ ਰਿਹਾ ਸੀ ਇਹ ਸਾਡੇ ਸਾਹਮਣੇ ਹੋਇਆ ਤੇ ਤਾਂ ਵੀ ਸਭ ਕੁਝ ਝੂਠ ਲਿਖਿਆ ਗਿਆ। ਤੇ ਕਿੱਥੇ ਹਜੂਰ ਸਾਹਿਬ ਗੁਰੂ ਗੋਬਿੰਦ ਸਿੰਘ ਜੋਤੀ ਜੋਤ ਸਮਾਉਂਦੇ ਨੇ 1708 ਦੇ ਵਿੱਚ, ਤੇ 1850-55 ਦੇ ਲਾਗੇ ਜਾ ਕੇ ਕਵੀ ਸੰਤੋਖ ਸਿੰਘ ਗ੍ਰੰਥ ਲਿਖਦਾ, ਕਰੀਬ 125 ਸਾਲ ਬਾਅਦਾਂ ਉਹ ਗ੍ਰੰਥ ਲਿਖਦਾ। ਕੀ ਉਹ ਸੱਚ ਹੋਏਗਾ? ਝੂਠ ਹੋਏਗਾ। ਉਹ ਕਵੀ ਸੰਤੋਖ ਸਿੰਘ ਲਿਖਦਾ ਫਿਰ ਜਦੋਂ ਉਹ ਗੁਰੂ ਗੋਬਿੰਦ ਸਿੰਘ ਕਨਾਤ ਦੇ ਅੰਦਰ ਚਲੇ ਜਾਂਦੇ ਨੇ ਤੇ ਚਿਖਾ ਨੂੰ ਅੱਗ ਲਾ ਦਿੰਦੇ ਨੇ, ਚਿਖਾ ਲੱਟ ਬਲਦੀ ਹੈ, ਤੇ ਮਹਾਰਾਜ ਫਿਰ ਉੱਥੋਂ ਸਰੀਰ ਸਮੇਤ ਅਲੋਪ ਹੋ ਜਾਂਦੇ ਨੇ, ਪਤਾ ਨਹੀਂ ਕਿੱਥੇ ਚਲ ਜਾਂਦੇ ਨੇ, ਤੇ ਹਦਾਇਤ ਕਰ ਜਾਂਦੇ ਨੇ ਸਾਡਾ ਅੰਗੀਠਾ ਨਹੀਂ ਫੋਲਣਾ। ਉਹ ਤੋਂ ਜਿਹੜੀ ਗਾਂ ਫਿਰ ਕਹਾਣੀ ਘੜੀ ਗਈ ਆ। ਇੱਕ ਹੋਰ ਗੱਲ ਹੈ ਭਾਈ, ਗੁਰੂ ਦੇ ਸਰੀਰ ਅਲੋਪ ਹੋਣ ਦੇ ਨਾਲ ਸਾਡਾ ਗੁਰੂ ਅਲੋਪ ਨਹੀਂ ਹੋ ਜਾਂਦਾ। ਇੱਕ ਵੱਡਾ ਭੁਲੇਖਾ ਪਾਇਆ ਗਿਆ ਕੌਮ ਦੇ ਵਿੱਚ ਵੀ ਜੇ ਧੰਨ ਗੁਰੂ ਅਰਜਨ ਦੇਵ ਤੱਤੀ ਤਵੀ ਤੇ ਉਹਨਾਂ ਦਾ ਜਿਸਮ ਸੜ ਗਿਆ, ਤੇ ਜੇ ਉਹਨਾਂ ਦੇ ਸਰੀਰ ਨੂੰ ਦਰਿਆ ਵਿੱਚ ਰੋੜ ਦਿੱਤਾ ਗਿਆ, ਕੀ ਸਾਡਾ ਗੁਰੂ ਸੜ ਗਿਆ ਸੀ? ਕੀ ਸਾਡਾ ਗੁਰੂ ਦਰਿਆ ਵਿੱਚ ਰੁੜ ਗਿਆ ਸੀ? ਜੇ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਅੱਗ ਕੋਈ ਲਾ ਦਿੰਦਾ ਪਾਪੀ ਬੰਦਾ, ਤੇ ਕੀ ਸਾਡਾ ਗੁਰੂ ਸੜ ਜਾਂਦਾ ਹੈ? ਨਾ 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 ਨਾ। ਜੇ ਤੱਤੀ ਤਵੀ ਉੱਤੇ ਧੰਨ ਗੁਰੂ ਅਰਜਨ ਦੇਵ ਦਾ ਜਿਸਮ ਸਾੜ ਦਿੱਤਾ ਗਿਆ, ਉਹਨਾਂ ਨੂੰ ਦਰਿਆ ਵਿੱਚ ਰੋੜ ਦਿੱਤਾ ਗਿਆ,
ਉਹਨਾਂ ਦੇ ਸਰੀਰ ਨੂੰ। ਤੇ ਕੀ ਸਾਡਾ ਗੁਰੂ ਰੁੜ ਗਿਆ ਸੀ? ਕੀ ਸਾਡਾ ਗੁਰੂ ਸੜ ਗਿਆ ਸੀ? ਨਾ 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 ਨਾ, ਉਹ ਜਿਸਮ ਦੀ ਬਾਤ ਹੈ। ਜੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ ਜਾਂਦਾ ਹੈ, ਉਹਨਾਂ ਦਾ ਸਿਰ ਕਲਮ ਕੀਤਾ ਜਾਂਦਾ ਹੈ, ਕੀ ਸਾਡਾ ਗੁਰੂ ਮੁੱਕ ਗਿਆ ਸੀ? ਕੀ ਅਸੀਂ ਗੁਰੂ ਤੇਗ ਬਹਾਦਰ ਨੂੰ ਨਹੀਂ ਮੰਨਦੇ? ਜੇ ਉਹਨਾਂ ਦਾ ਧੜ ਚਾਂਦਨੀ ਚੌਂਕ ਵਿੱਚ ਪਿਆ ਹੋਇਆ ਹੈ, ਸੀਸ ਬਾਬਾ ਜੀਵਨ ਸਿੰਘ ਜੀ ਲੈ ਕੇ ਆ ਰਹੇ ਨੇ ਆਨੰਦਪੁਰ ਨੂੰ, ਧੜ ਨੂੰ ਭਾਈ ਲੱਖੀ ਉਹ ਲੈ ਜਾਂਦਾ, ਆਪਣਾ ਲੱਖੀ ਸ਼ਾਹ ਲਬਾਣਾ ਆਪਣੇ ਘਰ ਵਿੱਚ ਜਾ ਕੇ ਧੰਨ ਗੁਰੂ ਤੇਗ ਬਹਾਦਰ ਦਾ ਸੰਸਕਾਰ ਕਰ ਦਿੰਦਾ। ਕੀ ਸਾਡਾ ਗੁਰੂ ਸੜ ਗਿਆ ਹੈ? ਕੀ ਸਰੀਰ ਦੇ ਸੜਨ ਦੇ ਨਾਲ ਸਾਡਾ ਗੁਰੂ ਵੀ ਸੜ ਜਾਂਦਾ ਹੈ? ਕੀ ਸਰੀਰ ਮੁੱਕਣ ਦੇ ਨਾਲ ਸਾਡਾ ਗੁਰੂ ਵੀ ਮੁੱਕ ਜਾਂਦਾ ਹੈ? ਇਹ ਤੇ ਖਾਲਸਾ ਜੀ ਸਾਡੀਆਂ ਪਰੰਪਰਾਵਾਂ ਨਹੀਂ ਹੈ। ਜੇ ਗੁਰੂ ਨਾਨਕ ਸਾਹਿਬ ਦਾ ਸੰਸਕਾਰ ਹੋਇਆ ਹੈ, ਗੁਰੂ ਅੰਗਦ ਸਾਹਿਬ ਦਾ ਸੰਸਕਾਰ ਹੋਇਆ ਹੈ, ਕੀ ਸਾਡੇ ਗੁਰੂ ਮੁੱਕ ਗਏ? ਜੇ ਧੰਨ ਗੁਰੂ ਤੇਗ ਬਹਾਦਰ ਦਾ ਸੰਸਕਾਰ ਹੋ ਗਿਆ, ਧੜ ਦਾ ਸੰਸਕਾਰ ਦਿੱਲੀ ਹੋਇਆ ਹੈ, ਸੀਸ ਦਾ ਆਨੰਦਪੁਰ ਹੋਇਆ ਹੈ, ਕੀ ਧੰਨ ਗੁਰੂ ਤੇਗ ਬਹਾਦਰ ਨੂੰ ਮੰਨਣ ਵਾਲੇ ਮੁੱਕ ਗਏ ਸੀ? ਕੀ ਅੱਜ ਗੁਰੂ ਤੇਗ ਬਹਾਦਰ ਨੂੰ ਮੰਨਿਆ ਨਹੀਂ ਜਾ ਰਿਹਾ? ਕਿ ਅੱਜ ਗੁਰੂ ਤੇਗ ਬਹਾਦਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਗ ਨਹੀਂ ਲਾ ਰਹੇ? ਗੁਰੂ ਤੇਗ ਬਹਾਦਰ ਸਿਮਰਿਆ ਕਰ ਨੌ ਨਿਧ ਆਵੇ ਤਾਏ। ਕਿ ਅੱਜ ਕੋਈ ਭਾਈ ਲੱਖੀ ਆਪਣੇ ਮੱਖਣ ਸ਼ਾਹ ਲਬਾਣੇ ਵਾਂਗੂ ਧੰਨ ਗੁਰੂ ਤੇਗ ਬਹਾਦਰ ਦੀ ਆਰਾਧਨਾ ਕਰੇ, ਕਿ ਅੱਜ ਧੰਨ ਗੁਰੂ ਤੇਗ ਬਹਾਦਰ ਬੇੜਾ ਪਾਰ ਨਹੀਂ ਲਾਉਣਗੇ? ਜੇ ਸਰੀਰ ਨੂੰ ਮੰਨਿਆ ਜਾਂਦਾ ਤੇ ਕਿੱਥੇ ਭਾਈ ਮੱਖਣ ਸ਼ਾਹ ਲਬਾਣਾ, ਕਿੱਥੇ ਦਰਿਆ ਸਮੁੰਦਰ ਤੇ ਕਿੱਥੇ ਬਾਬਾ ਬਕਾਲਾ? ਇਹ ਕਿਸ ਤਰ੍ਹਾਂ ਹੋ ਗਿਆ? ਅਸੀਂ ਸਰੀਰ ਗੁਰੂ ਨੂੰ ਨਹੀਂ ਮੰਨਦੇ ਭਾਈ। ਸਰੀਰ ਤਾਂ ਬਾਬੇ ਬਕਾਲੇ ਬੈਠਾ ਹੋਇਆ ਹੈ, ਤੇ ਮੱਖਣ ਸ਼ਾਹ ਦੇ ਬੇੜੇ ਕੌਣ ਪਾਰ ਕਰ ਰਿਹਾ ਹੈ? ਸਰੀਰ ਤਾਂ ਆਨੰਦਪੁਰ ਰਾਤ ਨੂੰ ਸੁੱਤਾ ਪਿਆ, ਤੇ ਹੁਸ਼ਿਆਰਪੁਰ ਭਾਈ ਜੋਗੇ ਦੇ ਰਾਹ ਵਿੱਚ ਪਹਿਰਾ ਕੌਣ ਦੇ ਰਿਹਾ ਹੈ? ਇਹ ਇਸ ਕਰਕੇ ਨਹੀਂ ਅਸੀਂ ਕਹਿੰਦੇ ਵੀ ਜੇ ਕਹਿਤਾ ਵੀ ਗੁਰੂ ਗੋਬਿੰਦ ਸਿੰਘ ਦਾ ਸੰਸਕਾਰ ਹੋ ਗਿਆ ਤੇ ਫਿਰ ਸਿੱਖ ਮੰਨਣਗੇ ਕਿਸ ਗੁਰੂ ਨੂੰ? ਜੇ ਗੁਰੂ ਦਾ ਹੀ ਸੰਸਕਾਰ ਹੋ ਗਿਆ ਤਾਂ ਇਸ ਡਰ ਤੋਂ ਲੋਕੀ ਗੱਲ ਨਹੀਂ ਕਰਦੇ। ਉਹ ਗੁਰੂਆਂ ਦੇ ਸੰਸਕਾਰ ਹੋ ਜਾਣ, ਪਰ ਨਹੀਂ, ਸਰੀਰਾਂ ਦਾ ਸੰਸਕਾਰ ਹੋ ਸਕਦਾ ਹੈ, ਸਰੀਰ ਮੁੱਕ ਸਕਦਾ ਹੈ। ਤੇ ਅਸੀਂ ਕਿਹੜੇ ਗੁਰੂ ਨੂੰ ਮੰਨਦੇ ਹਾਂ? ਜੇ ਗੁਰੂ ਮੁੱਕ ਗਿਆ ਤੇ ਫਿਰ ਇਹਦਾ ਮਤਲਬ ਸਿੱਖ ਦੀ ਕਹਾਣੀ ਮੁੱਕ ਗਈ। ਕਿ ਅੱਜ ਲੱਖਾਂ ਲੋਕ ਧੰਨ ਗੁਰੂ ਤੇਗ ਬਹਾਦਰ ਦੇ ਦਰ ਤੇ ਆਣ ਕੇ ਨਮਸਕਾਰਾਂ ਨਹੀਂ ਕਰਦੇ? ਕਿ ਅੱਜ ਲੱਖਾਂ ਲੋਕ ਧੰਨ ਗੁਰੂ ਤੇਗ ਬਹਾਦਰ ਦੇ ਅੱਗੇ ਆਣ ਕੇ ਬੇਨਤੀਆਂ ਜੋਦੜੀਆਂ ਨਹੀਂ ਕਰਦੇ? ਕਿ ਉਹਨਾਂ ਦਾ ਸਰੀਰ ਦਾ ਸੰਸਕਾਰ ਨਹੀਂ ਹੋਇਆ? ਧੜ ਦਾ ਸੰਸਕਾਰ ਉੱਥੇ ਰਕਾਬਗੰਜ ਕੀਤਾ ਗਿਆ, ਤੇ ਉਹਨਾਂ ਦੇ ਸਿਰ ਦਾ ਸੰਸਕਾਰ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਆਪਣੇ ਪਿਤਾ ਦਾ ਸੰਸਕਾਰ, ਸਿਰ ਦਾ ਸੰਸਕਾਰ ਆਨੰਦਪੁਰ ਕੀਤਾ ਗਿਆ। ਤੇ ਜੇ ਇਹਨਾਂ ਗੁਰੂਆਂ ਦੇ ਸੰਸਕਾਰ ਹੋ ਸਕਦੇ ਨੇ, ਇਹਨਾਂ ਦੇ ਅੰਗੀਠੇ ਨੇ, ਯਾਦਗਾਰਾਂ ਨੇ, ਤੇ ਕੀ ਧੰਨ ਗੁਰੂ ਗੋਬਿੰਦ ਸਿੰਘ ਦਾ ਸੰਸਕਾਰ ਹੋ ਗਿਆ ਤੇ ਕੀ ਸਿੱਖ ਦਾ ਗੁਰੂ ਹੀ ਖਤਮ ਹੋ ਗਿਆ? ਨਹੀਂ 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 ਨਹੀਂ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਸਤਿਗੁਰ ਜਾਗਤਾ ਹੈ ਦਿਓ, ਭੂਲੀ ਮਾਲ ਨਹੀਂ ਹੈ ਹੋ। ਮਹਾਰਾਜ ਕਹਿੰਦੇ ਸਤਿਗੁਰ ਦਿਓ ਪ੍ਰਤੱਖ ਹਰ ਮੂਰਤ। ਅਸੀਂ ਸਰੀਰ ਨੂੰ ਤੇ ਗੁਰੂ ਮੰਨਦੇ ਹੀ ਨਹੀਂ ਹੈ। ਜੇ ਅਸੀਂ ਸਰੀਰ ਨੂੰ ਗੁਰੂ ਮੰਨਦੇ ਹੁੰਦੇ ਤੇ ਹੁਣ ਤਾਂ ਸਾਡਾ ਗੁਰੂ ਹੀ ਕੋਈ ਨਹੀਂ ਫਿਰ। ਨਹੀਂ ਨਹੀਂ, ਇਹ ਕਵੀ ਸੰਤੋਖ ਸਿੰਘ ਇਹ ਲਿਖਦਾ ਵੀ ਗੁਰੂ ਗੋਬਿੰਦ ਸਿੰਘ ਦਾ ਸੰਸਕਾਰ ਨਹੀਂ ਹੋਇਆ। ਉੱਥੋਂ ਆਪਣੀ ਚਿਖਾ ਨੂੰ ਆਪ ਅਗਨੀ ਲਾ ਕੇ ਤੇ ਉੱਥੋਂ ਹਜ਼ੂਰ ਸਾਹਿਬ ਤੋਂ ਅਲੋਪ ਹੋ ਜਾਂਦੇ ਨੇ। ਤੇ ਮੈਂ ਇੱਕ ਹੋਰ ਵੀ ਸਾਖੀ ਪੜ੍ਹੀ ਵੀ ਉਹ ਉੱਥੋਂ ਸਰੀਰ ਅਲੋਪ ਕਰਕੇ ਪਰ ਮੁੜ ਕੇ ਪਰ ਸਾਖੀ ਕੀ ਸੁਣਾਉਂਦੇ ਨੇ ਵੀ ਜੇ ਗੁਰੂ ਗੋਬਿੰਦ ਸਿੰਘ ਇੱਥੋਂ ਅਲੋਪ ਨਾ ਹੁੰਦੇ ਤੇ ਉਹ ਜਿਹੜਾ ਪੂਨੇ ਦੇ ਸਤਾਰਾ ਜਿਹੜਾ ਉਹ ਕੋਈ ਕੈਦ ਜਿੱਥੋਂ ਰਸਤਮ ਰਾਏ ਤੇ ਬਾਲੇ ਰਾਏ ਨੂੰ ਕੈਦ ਵਿੱਚੋਂ ਕੱਢਿਆ, ਫਿਰ ਉਹ ਕਿਹਨੇ ਕੱਢਿਆ? ਉੱਥੇ ਤੇ ਘੋੜੇ ਸਮੇਤ ਗੁਰੂ ਗੋਬਿੰਦ ਸਿੰਘ ਜਾਂਦੇ ਨੇ। ਉਹ ਕਹਿੰਦੇ ਉੱਥੋਂ ਅਲੋਪ ਹੋ ਜਾਂਦੇ ਨੇ ਗੁਰੂ ਗੋਬਿੰਦ ਸਿੰਘ, ਤੇ ਸਰੀਰ ਅਲੋਪ ਹੋ ਜਾਂਦਾ ਤੇ ਮੁੜ ਕੇ ਜਾ ਕੇ ਤਬੇਲੇ 'ਚ ਦੇਖਦੇ ਨੇ ਤੇ ਘੋੜਾ ਵੀ ਹੈ ਨਹੀਂ ਤਬੇਲੇ ਵਿੱਚ, ਘੋੜਾ ਵੀ ਅਲੋਪ ਹੋ ਗਿਆ। ਤੇ ਉਹਨਾਂ ਨੇ ਸਿੱਖਾਂ ਨੇ ਸਮਝ ਲਿਆ ਵੀ ਗੁਰੂ ਗੋਬਿੰਦ ਸਿੰਘ ਘੋੜੇ ਸਮੇਤ ਹੀ ਇੱਥੋਂ ਕਿਤੇ ਚਲ ਗਏ ਨੇ, ਸੰਸਕਾਰ ਨਹੀਂ ਹੋਇਆ।
ਉਹ ਫਿਰ ਜਿਹੜੀ ਸਾਖੀ ਅੱਗੇ ਨਾਮਧਾਰੀਆਂ ਨੇ ਘੜ ਲਈ, ਜਿਹੜੇ ਕਹਿੰਦੇ ਅਸੀਂ ਸਿੱਖ ਕੌਮ ਦੇ 12ਵੇਂ ਗੁਰੂ ਆ, 13ਵੇਂ ਗੁਰੂ ਆ, 14ਵੇਂ ਗੁਰੂ ਆ। ਇਹ ਵੱਡਾ ਅਪਮਾਨ ਹੈ ਸਿੱਖ ਕੌਮ ਦਾ। ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਹੋਇਆਂ, ਪੰਥ ਦੇ ਹੁੰਦਿਆਂ ਹੋਇਆਂ ਕੋਈ ਇਹ ਦਾਅਵਾ ਕਰੇ ਪੰਜਾਬ ਦੀ ਧਰਤੀ ਉੱਤੇ ਕਿ ਮੈਂ 12ਵਾਂ 13ਵਾਂ 14ਵਾਂ ਗੁਰੂ ਆ ਸਿੱਖਾਂ ਦਾ, ਤੇ ਉਹਦੇ ਉੱਤੇ ਚੌਰ ਚਲਾਇਆ ਜਾਵੇ, ਉਹਦੇ ਅੱਗੇ ਲੋਕੀ ਮੱਥਾ ਟੇਕਣ। ਇਹ ਕਿੱਡਾ ਵੱਡਾ ਗੁਰੂ ਗ੍ਰੰਥ ਸਾਹਿਬ ਤੇ ਪੰਥ ਦਾ ਕਿੱਡਾ ਵੱਡਾ ਅਪਮਾਨ ਕੀਤਾ ਜਾ ਰਿਹਾ ਪੰਜਾਬ ਦੀ ਧਰਤੀ ਉੱਤੇ। ਕੋਈ ਬੋਲਦਾ ਹੀ ਨਹੀਂ ਹੈ। ਇਹ ਡਾਂਗ ਮਹਿਕਮਾ ਵੀ ਉੱਥੇ ਹੀ ਜਾਂਦਾ ਜਿੱਥੇ ਇਹਨਾਂ ਨੂੰ ਪਤਾ ਵੀ ਡਾਂਗ ਸਾਡੀ ਚੱਲ ਜਾਣੀ ਹੈ। ਇਹਨਾਂ ਨੂੰ ਛੋਟੀਆਂ ਛੋਟੀਆਂ ਵਿਅਵਧੀਆਂ ਤਾਂ ਦਿਖਦੀਆਂ, ਵੱਡੀਆਂ ਵਿਅਵਧੀਆਂ ਨਹੀਂ ਇਹਨਾਂ ਨੂੰ ਦਿਖਦੀਆਂ। ਇਹ ਫਿਰ ਕਹਿੰਦੇ ਵੀ ਉੱਥੋਂ ਗੁਰੂ ਗੋਬਿੰਦ ਸਿੰਘ ਅਲੋਪ ਹੋ ਜਾਂਦੇ ਨੇ ਤੇ ਉਹ ਪਟਿਆਲੇ ਵਾਲੇ ਇਸ ਇਲਾਕੇ 'ਚ ਆ ਜਾਂਦੇ ਨੇ। ਮੈਂ ਸਾਖੀ ਕਿਤੇ ਪੜ੍ਹੀ ਸੁਣੀ ਸੀ ਮਾੜੀ ਜੀ। ਇੱਥੇ ਆਣ ਕੇ ਗੁਰੂ ਗੋਬਿੰਦ ਸਿੰਘ ਆਪਣਾ ਨਾਮ ਬਦਲ ਲੈਂਦੇ ਨੇ। ਇੱਥੇ ਨਾਂ ਰੱਖ ਲੈਂਦੇ ਨੇ ਅਜੇਪਾਲ ਸਿੰਘ, ਤੇ ਇੱਥੇ ਵਿਚਰਦੇ ਨੇ ਨਾਂ ਬਦਲ ਕੇ ਧੰਨ ਗੁਰੂ ਗੋਬਿੰਦ ਸਿੰਘ। ਤੇ ਇੱਕ ਦਿਨ ਧਰਮਸ਼ਾਲਾ ਵਿੱਚ ਕਥਾ ਹੋਣ ਦਈ ਹੈ, ਤੇ ਉਹ ਜਿਹੜਾ ਗੁਰੂ ਗੋਬਿੰਦ ਸਿੰਘ ਸੀ ਨਾਂ ਬਦਲ ਕੇ ਬੈਠਾ ਸੀ ਧਰਮਸ਼ਾਲਾ ਦੇ ਵਿੱਚ ਹੀ। ਅਜੇਪਾਲ ਸਿੰਘ ਨਾਮ ਹੈ, ਬੈਠਾ ਧਰਮਸ਼ਾਲਾ ਵਿੱਚ ਹੈ, ਤੇ ਗਿਆਨੀ ਕਥਾ ਕਰ ਰਿਹਾ ਵੀ ਗੁਰੂ ਗੋਬਿੰਦ ਸਿੰਘ ਹਜ਼ੂਰ ਸਾਹਿਬ ਦੀ ਧਰਤੀ ਉੱਤੇ ਜੋਤੀ ਜੋਤ ਸਮਾ ਗਏ ਨੇ, ਤੇ ਉਹ ਪੰਥ ਨੂੰ ਤੇ ਗ੍ਰੰਥ ਸਾਹਿਬ ਨੂੰ ਗੁਰਿਆਈ ਦੇ ਗਏ ਨੇ। ਤੇ ਉਹ ਜਿਹੜਾ ਅਜੇਪਾਲ ਬੈਠਾ ਸੀ ਉਹ ਹੱਸ ਪਿਆ। ਨਾਂ ਜੂ ਬਦਲਿਆ ਸੀ ਗੁਰੂ ਗੋਬਿੰਦ ਸਿੰਘ ਨੇ, ਆਪਣਾ ਅਜੇਪਾਲ ਰੱਖਿਆ ਹੋਇਆ ਸੀ। ਉਹ ਕਹਿਣ ਲੱਗਾ ਨਹੀਂ ਭਈ ਮੈਂ ਹੀ ਹਾਂ, ਉਹ ਤਾਂ ਤੁਹਾਨੂੰ ਤੇ ਭੁਲੇਖਾ ਪਾਇਆ ਮੈਂ। ਉਸ ਅਜੇਪਾਲ ਨੇ ਜਾਂ ਗਾਂ ਜਿਹੜੀ ਗੱਦੀ ਦਿੱਤੀ ਆ, ਜਿਹੜੀ ਨਾਮਧਾਰੀਏ ਸਾਡੇ ਵੀਰ ਮੰਨਦੇ ਨੇ, ਉਹ ਅਜੇਪਾਲ ਨੇ ਗੱਦੀ ਦਿੱਤੀ ਬਾਲਕ ਸਿੰਘ ਨੂੰ, ਤੇ ਉਹਨੂੰ 11ਵੇਂ ਥਾਂ ਤੇ ਸਿੱਖਾਂ ਦਾ ਗੁਰੂ ਥਾਪ ਦਿੱਤਾ। 11ਵਾਂ ਗੁਰੂ ਬਾਲਕ ਸਿੰਘ ਹੈ ਸਿੱਖਾਂ ਦਾ। 11ਵੇਂ ਥਾਂ ਤੇ ਥਾਪ ਕੇ ਤੇ ਉਹਨਾਂ ਨੂੰ ਹਦਾਇਤ ਕੀਤੀ ਵੀ ਤੁਸਾਂ 11ਵੇਂ ਜਾਮੇ ਵਿੱਚ ਗੁਪਤ ਰਹਿਣਾ ਵਾ, ਤੇ 12ਵੇਂ ਜਾਮੇ 'ਚ ਤੁਸਾਂ ਪ੍ਰਗਟ ਹੋ ਜਾਣਾ ਹੈ। ਉਹ ਬਾਲਕ ਸਿੰਘ ਕਿੱਥੇ ਜੰਮਿਆ ਸੀ, ਉਹਦਾ ਮਾਂ ਪਿਓ ਕੌਣ ਸੀ, ਉਹ ਕਦੋਂ ਪੂਰਾ ਹੋਇਆ, ਕੀ ਹੋਇਆ, ਇਹ ਸਾਰੀਆਂ ਗੱਲਾਂ ਗੁਪਤ ਨੇ, ਕਿਉਂਕਿ ਇਹਨਾਂ ਨੇ ਸਾਖੀ ਘੜੀ ਆ ਕਿ ਉਸ ਨੂੰ ਹਦਾਇਤ ਹੋਈ ਸੀ ਵੀ ਤੁਸੀਂ 11ਵੇਂ ਜਾਮੇ ਵਿੱਚ ਗੁਪਤ ਰਹਿਣਾ ਤੇ 12ਵੇਂ ਜਾਮੇ 'ਚ ਤੁਸੀਂ ਪ੍ਰਗਟ ਹੋ ਜਾਣਾ ਵਾ। ਇਹ ਫਿਰ 12ਵਾਂ ਜਾਮਾ ਬਾਬਾ ਰਾਮ ਸਿੰਘ ਨਾਮਧਾਰੀਆ ਪ੍ਰਗਟ ਹੋਇਆ, ਜੋ ਮੰਨਦੇ ਨੇ ਲੋਕ। ਉੱਥੋਂ ਫਿਰ ਇਹ ਗੱਦੀ ਚੱਲ ਪਈ ਵੀ ਸਿੱਖਾਂ ਦੇ 12ਵੇਂ ਗੁਰੂ ਰਾਮ ਸਿੰਘ, 13ਵੇਂ ਗੁਰੂ ਪ੍ਰਤਾਪ ਸਿੰਘ, 14ਵੇਂ ਜਗਜੀਤ ਸਿੰਘ, ਇਸ ਤਰ੍ਹਾਂ ਇਹਨਾਂ ਦੀ ਪ੍ਰਥਾ ਚੱਲ ਪਈ ਆ। ਨਾ ਭਾਈ ਇਸ ਤਰ੍ਹਾਂ ਨਹੀਂ ਹੋਇਆ। ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਏਡੀਆਂ ਵੱਡੀਆਂ ਕੁਰਬਾਨੀਆਂ ਕਰਕੇ, ਸਰਬੰਸ ਵਾਰ ਕੇ, ਤੇ ਅਖੀਰ ਸਮੇਂ ਗੁਰੂ ਗੋਬਿੰਦ ਸਿੰਘ ਸਿੱਖਾਂ ਤੋਂ ਪਰਾਂ ਹੋ ਕੇ ਲੁਕ ਜਾਣ ਕਿਤੇ। ਇਹ ਕਿੱਦਾਂ ਦੀਆਂ ਮਹਾਰਾਜ ਦੀਆਂ ਕੁਰਬਾਨੀਆਂ ਨੂੰ ਇਹ ਲੋਕ ਰੋਲਣਾ ਚਾਹੁੰਦੇ ਨੇ। ਇਹ ਮਹਾਰਾਜ ਦੀਆਂ ਏਡੀਆਂ ਵੱਡੀਆਂ ਕੁਰਬਾਨੀਆਂ ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਦੀਆਂ, ਇਹ ਲੋਕ ਮਿੱਟੀ 'ਚ ਮਿਲਾਉਣਾ ਚਾਹੁੰਦੇ ਨੇ। ਨਹੀਂ, ਇਸ ਤਰ੍ਹਾਂ ਨਹੀਂ ਹੋਇਆ। ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਨੇ ਸ਼੍ਰੀ ਹਜ਼ੂਰ ਸਾਹਿਬ ਆਪਣਾ 5 ਭੂਤਕ ਸਰੀਰ ਦਾ ਤਿਆਗ ਕੀਤਾ ਹੈ, ਤੇ ਸਿੰਘਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਦਾ ਸੰਸਕਾਰ ਕੀਤਾ ਹੈ। ਕੋਈ ਘੋੜਾ ਸੱਚਖੰਡ ਨਹੀਂ ਗਿਆ। ਦੁਨੀਆ ਚੰਦਰਮਾ ਤੋਂ ਅਵਤਾਰ ਨੂੰ ਮੰਗਲ ਗ੍ਰਹਿ ਨੂੰ ਤੁਰੀ ਫਿਰਦੀ ਆ, ਇਹ ਸਿੱਖ ਅਜੇ ਘੋੜਿਆਂ ਪਿੱਛੇ ਤੁਰੇ ਫਿਰਦੇ ਨੇ। ਕਿੱਧਰ ਦੀ ਕੌਮ, ਕੀ ਕਰਮ ਕਾਂਡ 'ਚ ਫਸ ਗਈ ਸਾਡੀ ਕੌਮ। ਨਾ ਅਸੀਂ ਘੋੜਿਆਂ ਦੇ ਪੁਜਾਰੀ ਨਹੀਂ ਆ। ਅਕਾਲ ਪੁਰਖ ਦੇ ਪੁਜਾਰੀ ਘੋੜਿਆਂ ਦੇ ਪੁਜਾਰੀ ਕਿਵੇਂ ਹੋ ਗਏ ਨੇ। ਇਹ ਫਿਰ ਸਾਖੀਆਂ ਘੜੀਆਂ ਗਈਆਂ, ਤੇ ਉੱਥੇ ਫਿਰ ਅੱਜ ਹਜ਼ੂਰ ਸਾਹਿਬ ਦੀ ਬਾਕੀ ਆਪਾਂ ਕੱਲ੍ਹ ਨੂੰ ਇਹ 'ਤੇ ਵਿਚਾਰ ਕਰਨੀ ਵੀ ਮਹਾਰਾਜ ਨੇ ਕੀ ਹਦਾਇਤਾਂ ਕੀਤੀਆਂ ਸੀ। ਕੱਲ੍ਹ ਦਾ ਸਮਾਂ ਵੀ ਆਪਾਂ ਘੰਟਾ ਲਾਵਾਂਗੇ ਇੱਕ। ਇਹ ਜਿਹੜਾ ਹਜ਼ੂਰ ਸਾਹਿਬ ਦੀ ਧਰਤੀ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਥੇ ਜੋਤੀ ਜੋਤ ਸਮਾਏ ਨੇ, ਉਹ ਜਿੱਥੇ ਅਸੀਂ ਜਾਣਦੇ ਹਾਂ ਨਾ, ਜਿਹਨੂੰ ਸੱਚਖੰਡ ਕਹਿੰਦੇ ਨੇ, ਹਜ਼ੂਰ ਸਾਹਿਬ। ਇਹਦਾ ਨਾਂ ਹਜ਼ੂਰ ਸਾਹਿਬ ਪਤਾ ਕਿਉਂ ਪਿਆ
ਵੀ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਬਖਸ਼ਦੇ ਨੇ ਤੇ ਹੁਕਮਨਾਮਾ ਲਿਆ ਜਾਂਦਾ ਭਾਈ ਦਇਆ ਸਿੰਘ ਜੀ ਵੱਲੋਂ, ਤੇ ਹੁਕਮਨਾਮਾ ਆਉਂਦਾ ਹੈ ਮਾਰੂ ਮਹੱਲਾ ਪੰਜਵਾਂ, ਖੁੱਲਿਆ ਕਰਮ ਕਿਰਪਾ ਪਈ ਠਾਕਰ, ਕੀਰਤਨ ਹਰ ਹਰ ਗਾਈ, ਸ਼ਰਮ ਥਾਕਾ ਪਾਏ ਬਿਸਰਾਮਾ, ਮਿਟ ਗਈ ਸਗਲੀ ਧਾਈ, ਅਬ ਮੋਹਿ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਦਾਤਾ, ਸੰਤਨ ਕੀ ਸਰਨਾਈ। ਬਿਨਸਿਓ ਕਾਮ ਕ੍ਰੋਧ ਮੋਹ, ਅੱਗੇ ਜਾ ਕੇ ਸਦ ਹਜੂਰ ਹਾਜ਼ਰ ਹੈ ਨਾਜ਼ਰ, ਕਤੂ ਨਾ ਪਇਓ ਦਰਾਈ। ਇਹ ਹੁਕਮਨਾਮੇ ਚ ਆਇਆ ਸਦ ਹਜੂਰ ਹਾਜ਼ਰ ਹੈ ਨਾਜ਼ਰ, ਕਤੂ ਨਾ ਪਇਓ ਦਰਾਈ। ਹਜੂਰ ਸਾਹਿਬ ਤਾਂ ਨਾਮ ਪਿਆ ਵੀ ਉਹਦੇ ਹੁਕਮਨਾਮੇ ਚ ਹਜੂਰ ਆ ਗਿਆ। ਸਦ ਹਜੂਰ ਹਾਜ਼ਰ ਹੈ ਨਾਜ਼ਰ, ਕਤੇ ਨਾ ਪਇਓ ਦਰਾਈ, ਤਾਂ ਉਹਦਾ ਨਾਂ ਹਜੂਰ ਸਾਹਿਬ ਪੈ ਗਿਆ। ਕੋਈ ਉਸ ਨੂੰ ਅਬਚਲ ਨਗਰ ਵੀ ਕਹਿੰਦੇ ਨੇ, ਪਰ ਉਸ ਸ਼ਹਿਰ ਦਾ ਨਾਂ ਨੰਦੇੜ ਵਾ ਤੇ ਗੁਰਦੁਆਰੇ ਦਾ ਨਾਂ ਸੱਚਖੰਡ ਹੈ। ਉਸ ਧਰਤੀ ਦੇ ਉੱਤੇ ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਤੁਰ ਜਾਂਦੇ ਨੇ। ਬੰਦਾ ਸਿੰਘ ਬਹਾਦਰ ਸਿੰਘਾਂ ਨੂੰ ਲੈ ਕੇ ਪੰਜਾਬ ਨੂੰ ਪਹਿਲੋਂ ਆ ਜਾਂਦਾ। ਭਾਈ ਦਇਆ ਸਿੰਘ ਉੱਥੇ ਰਹਿੰਦੇ ਨੇ, ਭਾਈ ਧਰਮ ਸਿੰਘ ਉੱਥੇ ਰਹਿੰਦੇ ਨੇ। ਉਹ ਵੀ ਸਮਾਂ ਪਾ ਕੇ ਫਾਨੀ ਸੰਸਾਰ ਤੋਂ ਭਾਈ ਦਇਆ ਸਿੰਘ ਧਰਮ ਸਿੰਘ ਵੀ ਕੂਚ ਕਰ ਜਾਂਦੇ ਨੇ। ਉੱਥੇ ਇੱਕ ਸਿੱਖ ਰਹਿੰਦਾ ਭਾਈ ਸੰਤੋਖ ਸਿੰਘ। ਉਹ ਜਿਸ ਜਗ੍ਹਾ ਤੇ ਧੰਨ ਗੁਰੂ ਗੋਬਿੰਦ ਸਿੰਘ ਦਾ ਸੰਸਕਾਰ ਕੀਤਾ ਗਿਆ, ਹਾਲਾਂਕਿ ਇਹ ਜਿਹੜੀ ਸੱਚਖੰਡ ਵਾਲੀ ਜਗ੍ਹਾ ਵਾ, ਕਹਿੰਦੇ ਇਹ ਤੀਰ ਮਾਰ ਕੇ ਗੁਰੂ ਗੋਬਿੰਦ ਸਿੰਘ ਨੇ ਪ੍ਰਗਟ ਕੀਤੀ। ਉਹਨਾਂ ਦੇ ਪਹਿਲੇ ਜਨਮ ਦੀ ਇਹ ਤਪ ਭੂਮੀ ਆ, ਤੇ ਇੱਥੇ ਉਹਨਾਂ ਨੇ ਆਪਣਾ ਧੂਆਂ ਪ੍ਰਗਟ ਕੀਤਾ ਪੁਰਾਣਾ। ਇਹ ਸਾਰੀਆਂ ਮਨੋਕਲਪਿਤ ਕਹਾਣੀਆਂ ਨੇ। ਨਹੀਂ, ਉਸ ਜਗ੍ਹਾ ਤੇ ਮਹਾਰਾਜ ਦਾ ਸੰਸਕਾਰ ਹੋਇਆ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ। ਉਸ ਜਗ੍ਹਾ ਦੀ ਮੁੜ ਕੇ ਸਾਂਭ ਸੰਭਾਲ ਕਰਦਾ ਰਿਹਾ ਸੰਤੋਖ ਸਿੰਘ। ਸਮਾਂ ਪਾ ਕੇ ਉਹ ਵੀ ਫਾਨੀ ਸੰਸਾਰ ਤੋਂ ਕੂਚ ਕਰ ਗਿਆ। ਸਿੱਖ ਕੌਮ ਮੁੜ ਕੇ ਫਿਰ ਜੰਗਾਂ ਯੁੱਧਾਂ ਦੇ ਵਿੱਚ 100 ਸਾਲ ਰੁੱਝੀ ਰਹੀ। ਤੇ ਮੁੜ ਕੇ ਜਦੋਂ ਖਾਲਸਾ ਰਾਜ ਪ੍ਰਗਟ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ, ਫਿਰ ਮਹਾਰਾਜਾ ਰਣਜੀਤ ਸਿੰਘ ਜਾ ਕੇ ਉੱਥੇ ਜਗ੍ਹਾ ਬਣਾ ਦਿੱਤੀ ਹਜੂਰ ਸਾਹਿਬ, ਗੁਰਦੁਆਰਾ ਪਾ ਦਿੱਤਾ। ਗੁਰਦੁਆਰਾ ਤੇ ਪਾਤਾ, ਪਰ ਗੁਰਦੁਆਰੇ ਨੂੰ ਚਲਾਉਣ ਵਾਸਤੇ ਵੀ ਤਾਂ ਕੋਈ ਬੰਦਾ ਚਾਹੀਦਾ ਨਾ। ਗੁਰਦੁਆਰਾ ਪਾਉਣਾ ਤਾਂ ਕੋਈ ਵੱਡੀ ਬਾਤ ਨਹੀਂ, ਪੈਸਾ ਇਕੱਠਾ ਕਰੋ ਤੇ ਗੁਰਦੁਆਰਾ ਪਾ ਦਿਓ। ਪਰ ਗੁਰਦੁਆਰਾ ਨੂੰ ਚਲਾਉਣ ਵਾਸਤੇ ਵੀ ਤਾਂ ਕੋਈ ਚੰਗਾ ਪਾਠੀ ਚਾਹੀਦਾ। ਸਮਾਂ ਆਇਆ, ਸਿੱਖ ਕੌਮ ਜੰਗਾਂ ਯੁੱਧਾਂ 'ਚ ਰੁੱਝੀ ਰਹੀ, ਤੇ ਸਾਡੇ ਜਿੰਨੇ ਧਰਮ ਸਥਾਨ ਸੀ ਉਹਨਾਂ ਉੱਤੇ ਹਿੰਦੂ ਮਹੰਤਾਂ ਨੇ ਕਬਜ਼ਾ ਕਰ ਲਿਆ। ਉਹ ਉਦਾਸੀ ਸੰਪਰਦਾ ਦੇ ਸਨ, ਕੁਛ ਬੈਰਾਗੀ ਸੰਪਰਦਾ ਦੇ ਸਨ। ਉਹਨਾਂ ਨੇ ਜਿੰਨੇ ਟੋਟਲ ਗੁਰਦੁਆਰੇ ਸਾਡੇ ਪੰਜਾਬ ਦੇ, ਮਾਫ ਕਰਨਾ ਸਾਰੇ ਹੀ, ਦਰਬਾਰ ਸਾਹਿਬ ਅੰਦਰ ਮਹੰਤਾਂ ਦਾ ਕਬਜ਼ਾ। ਇੱਥੇ ਦਰਸ਼ਨੀ ਡੋੜੀ ਤੋਂ ਜਦੋਂ ਅਸੀਂ ਅੰਦਰ ਨੂੰ ਜਾਂਦੇ ਹਾਂ, ਪੁਲਵਾ ਜਿਹੜਾ ਦਰਬਾਰ ਸਾਹਿਬ ਵਾਲਾ, ਉਸ ਜਗ੍ਹਾ ਉੱਤੇ ਮੂਰਤੀਆਂ ਰੱਖੀਆਂ ਗਈਆਂ, ਪੂਜਾ ਹੁੰਦੀ ਰਹੀ ਮੂਰਤੀਆਂ ਦੀ। ਬਾਬਾ ਖੜਕ ਸਿੰਘ ਨੇ ਮੂਰਤੀਆਂ ਤੋੜ ਦਿੱਤੀਆਂ ਠੁੱਡ ਮਾਰ ਕੇ, ਕੇਸ ਚੱਲਿਆ। ਤੇ ਉੱਥੇ ਫਿਰ ਬਾਬਾ ਖੜਕ ਸਿੰਘ ਨੇ ਆਖਿਆ ਸਾਡੀ ਗੁਰਮਤਿ ਅਨੁਸਾਰ ਮੂਰਤੀਆਂ ਦੀ ਪੂਜਾ ਨਹੀਂ ਹੈ। ਸ਼੍ਰੀ ਨਨਕਾਣਾ ਸਾਹਿਬ, ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸ਼੍ਰੀ ਦਰਬਾਰ ਸਾਹਿਬ ਤਰਨਤਾਰਨ, ਇਹ ਮੇਨ ਗੁਰਦੁਆਰੇ ਸਾਡੇ ਜਿਹੜੇ ਸੀ ਇਹ ਮਹੰਤਾਂ ਦੇ ਕਬਜ਼ੇ ਵਿੱਚ ਸਨ। ਤੇ ਮੰਤ ਇੱਥੇ ਮਨ ਆਈਆਂ ਕਰਦੇ ਸਨ। ਤੁਸੀਂ ਵੇਖ ਹੀ ਲਿਆ, ਕੱਲ ਸ਼੍ਰੋਮਣੀ ਕਮੇਟੀ ਨੇ ਆਪਣਾ 100 ਸਾਲ ਜਿਹੜਾ ਸ਼ਤਾਬਦੀ ਮਨਾਈ ਗਈ ਆ। ਅੱਜ ਤੋਂ 100 ਸਾਲ ਪਹਿਲਾਂ ਜਦੋਂ ਇਹ ਮੰਤ ਗੁਰਦੁਆਰਿਆਂ ਵਿੱਚ ਸ਼ਰਾਬ ਪੀਂਦੇ ਸਨ, ਉਦੋਂ ਪਤਾ ਨਹੀਂ ਇਹ ਸੰਪਰਦਾਈ ਲੋਕ ਟਕਸਾਲਾ ਨਿਹੰਗ ਸਿੰਘ ਕਿੱਥੇ ਸਨ, ਜਦੋਂ ਦਰਬਾਰ ਸਾਹਿਬ ਦੇ ਤਰਨਤਾਰਨ ਦੇ ਸਰੋਵਰਾਂ ਵਿੱਚ ਸ਼ਰਾਬ ਠੰਡੀ ਕਰਕੇ ਪੀਤੀ ਜਾਂਦੀ ਸੀ। ਇਹ ਸੰਪਰਦਾਈ ਲੋਕ ਉਦੋਂ ਕਿੱਥੇ ਸਨ? ਕੋਈ ਦਰਬਾਰ ਸਾਹਿਬ ਦੇ ਅੰਦਰ ਕੋਈ ਅੰਮ੍ਰਿਤਧਾਰੀ ਸਿੰਘ ਨਹੀਂ ਰਿਹਾ। ਨਨਕਾਣਾ ਸਾਹਿਬ ਕੋਈ ਅੰਮ੍ਰਿਤਧਾਰੀ ਸਿੰਘ ਨਹੀਂ ਨਨਕਾਣਾ ਸਾਹਿਬ ਗੁਰਦੁਆਰਾ ਚਲਾਉਣ ਨੂੰ। ਤਰਨਤਾਰਨ ਦੇ ਗੁਰਦੁਆਰੇ ਨੂੰ ਚਲਾਉਣ ਵਾਸਤੇ ਕੋਈ ਅੰਮ੍ਰਿਤਧਾਰੀ ਸਿੰਘ ਨਹੀਂ ਆ। ਆ ਸਾਡੇ ਵੇਖਣ ਵਿੱਚ ਪਿੰਡਾਂ ਵਿੱਚ ਮਹੰਤ ਗੁਰਦੁਆਰਿਆਂ ਨੂੰ ਚਲਾਉਂਦੇ ਰਹੇ ਆ। ਤੇ ਹੋਣੀ ਮਹਾਰਾਜ ਨੇ ਕਿਰਪਾ ਕੀਤੀ। ਕੁਝ ਵੀਰ ਸ਼੍ਰੋਮਣੀ ਕਮੇਟੀ ਨੂੰ ਬਹੁਤ ਮਾੜਾ ਚੰਗਾ ਸ਼ਬਦ ਵਰਤਦੇ ਨੇ, ਨਰੈਣੂ ਮੰਤ ਜਾਂ ਚੋਰ ਕੁਛ ਵੀ ਕਹੀ ਜਾਂਦੇ ਨੇ। ਪਰ ਇਹ ਸ਼੍ਰੋਮਣੀ ਕਮੇਟੀ ਜਦੋਂ ਹੋਂਦ ਵਿੱਚ ਆਈ ਆ, ਪਹਿਲੇ ਦਿਨ ਇਹਦਾ ਕੋਈ 250 ਬੰਦਾ ਸ਼ਹੀਦ ਹੋਇਆ ਹੈ
ਤਾਂ ਇਹ ਹੋਂਦ ਵਿੱਚ ਆਈ ਹੈ। ਭਾਈ ਲਛਮਣ ਸਿੰਘ ਧਾਰੋਵਾਲੀ ਤੇ ਹੋਰ ਕਰੀਬ ਪੌਣੇ 200 ਬੰਦਾ ਪਹਿਲੇ ਦਿਨ ਸ਼ਹੀਦ ਹੋ ਗਿਆ ਇਸ ਸੰਸਥਾ ਨੂੰ ਬਣਾਉਣ ਵਾਸਤੇ, ਕਿਉਂਕਿ ਮੰਤ ਨਹੀਂ ਸੀ ਚਾਹੁੰਦੇ ਕਿ ਗੁਰਦੁਆਰਿਆਂ ਦੇ ਅੰਦਰ ਗੁਰੂ ਗੋਬਿੰਦ ਸਿੰਘ ਦੀ ਮਰਜ਼ਾਦਾ ਲਾਗੂ ਹੋਵੇ। ਇਹ ਸਨਾਤਨੀ ਮਰਜ਼ਾਦਾ ਜਿੱਦਾਂ ਮੰਦਰਾਂ ਵਿੱਚ ਚੱਲਦੀ ਹੈ ਟੱਲੀਆਂ ਧੂਫਾਂ ਤੇ, ਇਹ ਮਰਜ਼ਾਦਾ ਗੁਰਦੁਆਰਿਆਂ 'ਚੋਂ ਲਾਗੂ ਕਰ ਚੁੱਕੇ ਸਨ। ਉਹਨਾਂ ਨੂੰ ਬੰਦ ਕਰਾਉਣਾ ਬਹੁਤ ਵੱਡੀ ਮੁਸ਼ਕਲ ਬਣ ਗਈ ਸੀ। ਇਹ ਫਿਰ ਸ਼੍ਰੋਮਣੀ ਕਮੇਟੀ ਨੇ ਕੁਰਬਾਨੀਆਂ ਕਰਕੇ ਇਹ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਆ। ਚਲੋ ਜਿੱਥੇ ਚੋਰ ਠੱਗ ਹਰ ਸੰਸਥਾ ਦੇ ਵਿੱਚ ਹੁੰਦੇ ਨੇ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਹੁਤ ਵੱਡੀ ਦੇਣ ਹੈ ਕੌਮ ਨੂੰ। ਪੰਜਾਬ, ਹਰਿਆਣਾ, ਦਿੱਲੀ ਜਿੰਨੇ ਵੀ ਗੁਰਦੁਆਰੇ ਨੇ ਉਹਦੇ ਵਿੱਚ ਇੱਕ ਮਰਜ਼ਾਦਾ ਹੈ। ਠੀਕ, ਉਹ ਪ੍ਰਬੰਧਕ ਨਾ ਠੀਕ ਹੋਣ, ਇਸ ਦੇ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ, ਪਰ ਜਿੱਦਾਂ ਦਾ ਪ੍ਰਬੰਧ ਪੰਜਾਬ ਦੇ ਗੁਰਦੁਆਰੇ ਅੰਦਰ ਹੈ, ਦਿੱਲੀ, ਹਰਿਆਣਾ ਜਿੱਥੇ ਜਿੱਥੇ ਸ਼੍ਰੋਮਣੀ ਕਮੇਟੀ ਆ, ਕੋਈ ਬੰਦਾ ਪ੍ਰਬੰਧ ਉੱਤੇ ਕਿੰਤੂ ਪਰੰਤੂ ਨਹੀਂ ਕਰ ਸਕਦਾ। ਪ੍ਰਬੰਧਕਾਂ ਉੱਤੇ ਕਰਦੇ, ਪਰ ਪ੍ਰਬੰਧ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਆ। ਇਹ ਵੱਡੀਆਂ ਕੁਰਬਾਨੀਆਂ ਦੇ ਕੇ ਸਿੱਖਾਂ ਨੂੰ ਆਪਣੇ ਗੁਰਦੁਆਰੇ ਵੀ ਯਾਦ ਕਰਾਉਣੇ ਪਏ। ਵੇਖੋ ਕੌਮ ਕਿੱਥੋਂ ਹੋ ਕੇ ਵਿਚਰੀ ਆ, ਇਹਦੇ ਧਰਮ ਸਥਾਨ ਵੀ ਇਹਦੇ ਕੋਲ ਨਹੀਂ ਰਹੇ। ਇਹਦੇ ਧਰਮ ਸਥਾਨਾਂ ਵਿੱਚ ਗੁਰੂ ਗੋਬਿੰਦ ਸਿੰਘ ਦੀ ਚਲਾਈ ਕੋਈ ਮਰਜ਼ਾਦਾ ਹੀ ਨਹੀਂ ਰਹੀ। ਸ਼ਰਾਬ ਦੇ ਅੱਡੇ, ਅਜਾਸੀ ਦੇ ਅੱਡੇ ਨਨਕਾਣਾ ਸਾਹਿਬ ਬਣ ਗਏ। ਇਹ ਤੇ ਆਜ਼ਾਦ ਕਰਾ ਲਏ ਅਸੀਂ, ਪਰ ਹਜੂਰ ਸਾਹਿਬ ਕਿਸੇ ਦੀ ਪਹੁੰਚ ਨਹੀਂ, ਉੱਥੇ ਮਹੰਤਾਂ ਦਾ ਕਬਜ਼ਾ ਸੀ। ਜੇ ਦਰਬਾਰ ਸਾਹਿਬ ਅੰਦਰ ਮਹੰਤ ਸਨ, ਸ਼੍ਰੀ ਨਨਕਾਣਾ ਸਾਹਿਬ ਦੇ ਅੰਦਰ ਮਹੰਤ ਸਨ, ਤੇ ਹਜੂਰ ਸਾਹਿਬ ਕੋਈ ਸਿੱਖ ਥੋੜਾ ਸਨ, ਉਹ ਵੀ ਮਹੰਤਾਂ ਦੇ ਕੋਲ ਸੀ। ਉਹ ਫਿਰ ਉੱਥੇ ਕੀ ਹੋਇਆ ਵੀ ਅਜੇ ਤੱਕ ਸਿੱਖ ਕੌਮ ਦੀ ਗੁਰੂ ਗੋਬਿੰਦ ਸਿੰਘ ਦੀ ਮਰਜ਼ਾਦਾ ਲਾਗੂ ਨਹੀਂ ਹੋ ਸਕੀ। ਅਸੀਂ ਉਹਨੂੰ ਆਪਣਾ ਪੰਜਵਾਂ ਤਖਤ ਵੀ ਮੰਨਦੇ ਹਾਂ, ਅਸੀਂ ਉੱਥੇ ਚੜ੍ਹਤ ਚੜਾਵਾ ਵੀ ਚੜਾਉਂਦੇ ਹਾਂ, ਅਸੀਂ ਉਸ ਸਥਾਨ ਉੱਤੇ ਵਿਸ਼ਵਾਸ ਵੀ ਰੱਖਦੇ ਹਾਂ, ਅਸੀਂ ਉੱਥੇ ਦਰਸ਼ਨ ਕਰਨ ਵੀ ਜਾਂਦੇ ਹਾਂ। ਸਭ ਕੁਝ ਹੁੰਦਿਆਂ ਸੁਣਦਿਆਂ ਵੀ ਸਿੱਖ ਕੌਮ ਦੀ ਮਰਜ਼ਾਦਾ ਅਜੇ ਤਖਤ ਸ੍ਰੀ ਹਜੂਰ ਸਾਹਿਬ ਤੇ ਉਹਨਾਂ ਦੱਖਣੀ ਲੋਕਾਂ ਨੇ ਲਾਗੂ ਨਹੀਂ ਹੋਣ ਦਿੱਤੀ। ਜੇ ਉੱਥੇ ਜਾ ਕੇ ਕੋਈ ਕਹਿੰਦਾ ਵੀ ਮਰਜ਼ਾਦਾ ਤੇ ਆ ਵਾ, ਤੇ ਉਹ ਅੱਗਿਓਂ ਗਾਲ ਕੱਢ ਕੇ ਕਹਿੰਦੇ ਆ ਪੰਜਾਬ ਤੋਂ ਤੁਸੀਂ ਆਇਓ, ਪੰਜਾਬ ਨੂੰ ਤੁਰ ਜਾਓ। ਜੇ ਇੱਥੇ ਪੰਜਾਬ ਦੀ ਮਰਜ਼ਾਦਾ ਦੀ ਕੋਈ ਗੱਲ ਕੀਤੀ, ਜੇ ਗੁਰੂ ਗੋਬਿੰਦ ਸਿੰਘ ਦੀ ਮਰਜ਼ਾਦਾ ਦੀ ਤੁਸੀਂ ਇੱਥੇ ਗੱਲ ਕੀਤੀ ਤੇ ਸਿਰ ਵੱਢ ਕੇ ਪਰਾਂ ਸੁੱਟ ਦਿਆਂਗੇ ਤੁਹਾਡਾ। ਇਹ ਤੁਹਾਡਾ ਸਥਾਨ ਨਹੀਂ ਹੈ, ਦੱਖਣੀਆਂ ਦਾ ਵਾ। ਇਹ ਸਿੱਖਾਂ ਦਾ ਸਥਾਨ ਥੋੜਾ ਵਾ, ਦੱਖਣੀਆਂ ਦਾ ਵਾ। ਮੈਂ ਅੱਗੇ ਵੀ ਕਹਿ ਰਿਹਾ ਸੀ, ਸਾਡੇ ਕੌਮ ਦੇ ਇੰਨੇ ਬੁਲਾਰੇ, ਇੰਨੇ ਬਦਬਾਨ ਹੋਏ ਨੇ, ਕੋਈ ਨਹੀਂ ਬੋਲਦਾ ਉੱਥੋਂ ਦੀ ਮਰਜ਼ਾਦਾ ਬਾਰੇ। ਕਿਉਂ? ਇਹਨਾਂ ਨੂੰ ਖਤਰਾ ਵਾ ਵੀ ਜੇ ਅਸੀਂ ਬੋਲੇ ਤੇ ਸਾਨੂੰ ਲਿਫਾਫੇ ਨਹੀਂ ਮਿਲਣੇ, ਜੇ ਅਸੀਂ ਬੋਲੇ ਤੇ ਸਾਨੂੰ ਸਟੇਜਾਂ ਉੱਤੇ ਲੋਕਾਂ ਨੇ ਸੱਦਣਾ ਨਹੀਂ ਆ। ਇਹਨਾਂ ਨੇ ਜਿੰਨਾ ਬੇੜਾ ਸਿੱਖ ਕੌਮ ਦਾ ਸਿੱਖ ਪ੍ਰਚਾਰਕਾਂ ਨੇ ਕੀਤਾ, ਕਿਸੇ ਨੇ ਨਹੀਂ ਕੀਤਾ। ਉਹ ਫਿਰ ਮੈਂ ਕਹਿ ਰਿਹਾ ਸੀ ਵੀ ਇਹ ਗੁਰਦੁਆਰੇ ਤੇ ਅਸੀਂ ਆਜ਼ਾਦ ਕਰਾ ਲਏ, ਕਰੀਬ ਪੌਣੇ 200 ਬੰਦਾ ਖਤਮ ਕਰਕੇ ਪੰਜਾਬ ਦੇ, ਤੇ ਹਜੂਰ ਸਾਹਿਬ ਦਾ ਗੁਰਦੁਆਰਾ ਅਜੇ ਤੱਕ ਆਜ਼ਾਦ ਨਹੀਂ ਹੋ ਸਕਿਆ। ਉੱਥੇ ਇੱਕ ਜਿਹੜੀਆਂ ਮਨੌਤਾਂ ਘੜੀਆਂ ਜਾਂਦੀਆਂ ਨੇ ਹਜੂਰ ਸਾਹਿਬ ਦੇ ਬਾਰੇ ਵੀ ਗੁਰੂ ਗੋਬਿੰਦ ਸਿੰਘ 60 ਸਾਲ ਤੱਕ ਡੀਕਦਾ ਹੈ, ਇਹ ਕੋਲੋਂ ਗੱਲਾਂ ਘੜੀਆਂ ਜਾਂਦੀਆਂ ਨਹੀਂ। ਸਿੱਖਾ ਤੈਨੂੰ ਤੇ ਤੇਰੇ ਪਿੰਡ ਵਾਲਾ ਜਿਹੜਾ ਗੁਰਦੁਆਰਾ ਉਹ ਡੀਕਦਾ ਹੈ, ਤੈਨੂੰ ਕੋਈ ਹਜੂਰ ਸਾਹਿਬ 60 ਸਾਲ ਤੱਕ ਨਹੀਂ ਡੀਕਦਾ। ਗੁਰੂ ਕੀ ਬਾਣੀ ਦਾ ਬਚਨ ਹੁੰਦਾ ਹੈ, ਭਲ ਕੇ ਉੱਠ ਪਰਾਉਣਾ ਮੇਰੇ ਘਰ ਆਵੋ। ਸਿੱਖਾ ਸਵੇਰੇ ਆਇਆ ਕਰ ਤੂੰ ਗੁਰਦੁਆਰੇ। ਭਾਈ ਗੁਰਦਾਸ ਨੇ ਇੱਕ ਗੱਲ ਲਿਖੀ ਹੈ, ਉਹ ਕਹਿੰਦੇ ਗੁਰਸਿੱਖ ਭਲ ਕੇ ਉੱਠ ਕਰ ਅੰਮ੍ਰਿਤ ਵੇਲੇ ਸਰਨ ਵੰਦਾ, ਗੁਰ ਕੇ ਬਚਨ ਉਚਾਰ ਕੇ ਧਰਮਸਾਲ ਦੀ ਸੁਰਤ ਕਰਨ ਦਾ। ਸਿੱਖ ਨੇ ਤੇ ਰੋਜ਼ ਗੁਰੂ ਕੋ ਜਾਣਾ ਸਵੇਰੇ ਉੱਠ ਕੇ ਗੁਰਦੁਆਰੇ, ਤੇ ਕਿਹੜਾ ਇਹਨੂੰ 60 ਸਾਲ ਤੱਕ ਡੀਕਦਾ? ਨਹੀਂ, ਇਹ ਵੀ ਇੱਕ ਮਨੌਤ ਗਲਤ ਘੜੀ ਗਈ ਵੀ ਗੁਰੂ ਗੋਬਿੰਦ ਸਿੰਘ 60 ਸਾਲ ਤੱਕ ਡੀਕਦਾ। ਨਾ। ਤੇ ਦੂਸਰੀ, ਤੁਸੀਂ ਜਦੋਂ ਉੱਥੇ ਜਾਂਦੇ ਹੋ ਤੇ ਉੱਥੇ ਤੁਸੀਂ ਦੇਖੋ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਨਮੁਖ ਕੇ ਜਿੰਨੇ ਵੀ ਸਾਡੇ ਗੁਰਦੁਆਰੇ ਨੇ ਨਾ, ਉੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖਲੋ ਕੇ ਅਰਦਾਸ ਕਰਦੇ ਹਾਂ, ਦਰਸ਼ਨ ਕਰਦੇ ਹਾਂ,
ਪਰ ਹਜੂਰ ਸਾਹਿਬ ਤੁਸੀਂ ਪਾਠੀਆਂ ਦੀ ਜਿਹੜੀ ਪਿੱਠ ਹੁੰਦੀ ਆ ਨਾ, ਉਹਨੂੰ ਮੱਥਾ ਟੇਕ ਸਕਦੇ ਹੋ, ਤੁਸੀਂ ਗੁਰੂ ਗ੍ਰੰਥ ਸਾਹਿਬ ਉੱਤੇ ਮੱਥਾ ਹੀ ਨਹੀਂ ਟੇਕ ਸਕਦੇ। ਉਹ ਜਿੱਧਰ ਨੂੰ ਸੰਗਤਾਂ ਨੇ ਮੱਥਾ ਟੇਕਣਾ ਹੈ, ਉਧਰ ਨੂੰ ਪਾਠੀ ਪਿੱਠ ਕਰਕੇ ਬੈਠੇ ਹੋਏ ਨੇ। ਤੇ ਫਿਰ ਜਦੋਂ ਤੁਸੀਂ ਸਾਹਮਣੇ ਜਾ ਕੇ ਦੇਖਦੇ ਹੋ ਹਜੂਰ ਸਾਹਿਬ ਜਿਹੜਾ ਸੱਚਖੰਡ ਹੈ, ਉਹਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਦੀ ਇੱਕ ਫੋਟੋ ਆ। ਸਿੱਖ ਫੋਟੋ ਦਾ ਪੁਜਾਰੀ ਨਹੀਂ ਹੈ। ਫੋਟੋਆਂ ਅਜਾਇਬ ਘਰਾਂ ਵਿੱਚ ਹੁੰਦੀਆਂ ਨੇ, ਫੋਟੋਆਂ ਗੁਰਦੁਆਰਿਆਂ 'ਚ ਨਹੀਂ ਹੁੰਦੀਆਂ। ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਾਓ, ਤੁਹਾਨੂੰ ਕੋਈ ਫੋਟੋ ਨਹੀਂ ਮਿਲੇਗੀ। ਤੁਸੀਂ ਦਰਬਾਰ ਸਾਹਿਬ ਦੇ ਅੰਦਰ ਜਾਓ, ਤੁਹਾਨੂੰ ਕੋਈ ਫੋਟੋ ਨਹੀਂ ਮਿਲੂਗੀ। ਅਸੀਂ ਫੋਟੋਆਂ ਦੇ ਪੁਜਾਰੀ ਨਹੀਂ ਆ। ਤੇ ਫੋਟੋ ਵੀ ਧੰਨ ਗੁਰੂ ਗੋਬਿੰਦ ਸਿੰਘ ਦੀ ਨੀਲੇ ਬਾਣੇ ਵਾਲੀ ਨਹੀਂ, ਹਰੇ ਬਾਣੇ ਵਾਲੀ। ਹਾਲਾਂਕਿ ਗੁਰੂ ਗੋਬਿੰਦ ਸਿੰਘ ਨੇ ਹਦਾਇਤ ਕੀਤੀ ਸੀ ਵੀ ਸਿੱਖ ਨੇ ਹਰਿਆ ਬਾਣਾ ਨਹੀਂ ਪਾਉਣਾ, ਤੇ ਉਹ ਹਰੇ ਬਾਣੇ ਵਾਲੀ ਧੰਨ ਗੁਰੂ ਗੋਬਿੰਦ ਸਿੰਘ ਦੀ ਫੋਟੋ ਉਹਨਾਂ ਨੇ ਸਾਹਮਣੇ ਰੱਖੀ ਹੋਈ ਹੈ। ਦੂਸਰੀ ਗੱਲ ਵੀ ਉਹ ਉੱਥੇ ਬੂਹੇ ਦੇ ਅੱਗੇ ਚੌਰ ਕਰੀ ਜਾਂਦੇ ਨੇ। ਉਹ ਚੌਰ ਤਖਤ ਦੇ ਮਾਲਕ ਤੇ ਧੰਨ ਗੁਰੂ ਗ੍ਰੰਥ ਸਾਹਿਬ ਨੇ, ਕਿਉਂਕਿ ਬੂਹਿਆਂ ਉੱਤੇ ਵੀ ਚੌਰ ਕੀਤੇ ਜਾਂਦੇ ਹੁੰਦੇ ਨੇ। ਵੱਡੀ ਗੱਲ ਇਹ ਹੈ ਵੀ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਆਸਤੇ ਸੁੱਖ ਆਸਣ ਦਾ ਕਮਰਾ ਹੀ ਹੈ ਨਹੀਂ। ਉਹ ਜਿਹੜਾ ਸੱਚਖੰਡ ਜਿਹਨੂੰ ਕਹਿੰਦੇ ਨੇ, ਜਿੱਥੇ ਉਹ ਅੰਦਰ ਪਤਾ ਨਹੀਂ ਹੁਣ ਉਹ ਤਖਤ ਵਾ ਕੀ ਉਹ ਧੰਨ ਗੁਰੂ ਗੋਬਿੰਦ ਸਿੰਘ ਦਾ ਅੰਗੀਠਾ ਵਾ, ਇਹ ਹੁਣ ਕਿਸੇ ਨੂੰ ਉਹ ਦੱਸਦਾ ਹੀ ਨਹੀਂ ਹੈ। ਉਹ ਕਹਿੰਦੇ ਤੁਸੀਂ ਅੰਦਰ ਨਹੀਂ ਜਾ ਸਕਦੇ। ਮੈਂ ਇਹਨਾਂ ਨੂੰ ਪੁੱਛਿਆ, ਮੈਂ ਭਾਈ ਅੰਦਰ ਕੀ ਵੜਿਆ ਜਿਹੜਾ ਅਸੀਂ ਅੰਦਰ ਚਲ ਜਾਂਗੇ ਤਾਂ ਕੀ ਭਿੱਟ ਲੱਗ ਜੂਗੀ? ਅੰਦਰ ਕੀ ਵਾੜਿਆ ਤੁਸੀਂ? ਗੁਰੂ ਗੋਬਿੰਦ ਸਿੰਘ ਦਾ ਅਸਥਾਨ ਹੋਵੇ ਤੇ ਸਿੱਖ ਉਹਦੇ ਅੰਦਰ ਨਾ ਜਾ ਸਕੇ, ਇਹ ਕਿੱਦਾਂ ਦੀਆਂ ਗੱਲਾਂ ਇਹਨਾਂ ਨੇ ਘੜੀਆਂ ਦੱਖਣੀ ਲੋਕਾਂ ਨੇ। ਇੱਥੇ ਜੀ ਇਹ ਮੈਨੇਜਰ ਪੁੱਛਿਆ, ਮੈਂ ਸਾਨੂੰ ਅੰਦਰ ਕਿਉਂ ਨਹੀਂ ਤੁਸੀਂ ਜਾਣ ਦਿੰਦੇ? ਇੱਥੇ ਜੀ ਇਹ ਉਹ ਜਾ ਸਕਦਾ ਜਿਹਨੇ ਵਿਆਹ ਨਾ ਕਰਾਇਆ ਹੋਵੇ। ਇੱਕ ਹੋਰ ਗੱਲ ਹੈ, ਦੱਖਣ ਵਿੱਚ ਜਾਓ, ਉੜੀਸਾ, ਮਹਾਰਾਸ਼ਟਰ, ਗੁਜਰਾਤ, ਇਹ ਦੱਖਣ ਦੇ ਇਲਾਕੇ ਨੇ। ਇੱਥੇ ਜਿੰਨੇ ਵੀ ਸਨਾਤਨੀ ਮੰਦਰ ਨੇ ਹਿੰਦੂ ਵੀਰਾਂ ਦੇ, ਬੜੇ ਵੱਡੇ ਮੰਦਰ ਨੇ, ਬੜੇ ਪੁਰਾਣੇ ਬਣੇ ਹੋਏ ਨੇ, ਤੇ ਬੜੀ ਮਾਨਤਾ ਉਹਨਾਂ ਦੀ, ਬੜੀ ਪੂਜਾ ਉੱਥੇ ਹੁੰਦੀ ਲੋਕਾਂ ਦੀ, ਬੜਾ ਚੜ੍ਹਤ ਚੜਾਵਾ ਚੜ੍ਹਦਾ। ਕੇਰਲਾ ਦੇ ਅੰਦਰ ਇੱਕ ਬਹੁਤ ਵੱਡਾ ਮੰਦਰ ਹੈ, ਦਰਬਾਰ ਸਾਹਿਬ ਨਾਲੋਂ ਵੱਧ ਉੱਥੇ ਚੜ੍ਹਤ ਚੜਾਵਾ ਚੜ੍ਹਦਾ, ਹਿੰਦੂ ਵੀਰਾਂ ਦਾ ਮੰਦਰ ਹੈ। ਉੱਥੇ ਤੁਸੀਂ ਜਾਓ, ਉੱਥੇ ਜਿਹੜੀ ਉਹਨਾਂ ਮੰਦਰਾਂ ਦੇ ਅੰਦਰ ਮਰਜ਼ਾਦਾ ਵਾ, ਦੱਖਣ ਦੇ ਮੰਦਰਾਂ ਦੇ ਅੰਦਰ, ਉਹੀ ਮਰਜ਼ਾਦਾ ਸ੍ਰੀ ਹਜੂਰ ਸਾਹਿਬ ਦੇ ਅੰਦਰ ਹੈ। ਕਿ ਮੰਦਰ ਦੇ ਅੰਦਰ ਇੱਕ ਕਮਰਾ ਹੁੰਦਾ, ਉੱਥੇ ਕੇਵਲ ਪੁਜਾਰੀ ਜਾ ਸਕਦਾ, ਦੂਜਾ ਨਹੀਂ ਜਾ ਸਕਦਾ। ਤੇ ਹਜੂਰ ਸਾਹਿਬ ਵੀ ਇਕੱਲਾ ਪੁਜਾਰੀ ਜਾ ਸਕਦਾ, ਦੂਜਾ ਸਿੱਖ ਨਹੀਂ ਜਾ ਸਕਦਾ। ਇੱਕ ਹੋਰ ਗੱਲ ਹੈ, ਅੱਗੋਂ ਪਿੱਛੋਂ ਉੱਥੋਂ ਦਾ ਜਿਹੜਾ ਹੈੱਡ ਪੁਜਾਰੀ ਭਾਈ ਕੁਲਵੰਤ ਸਿੰਘ ਆ, ਇਸ ਵੇਲੇ ਅੱਗੋਂ ਪਿੱਛੋਂ ਮਹਾਰਾਜ ਦਾ ਬਾਣਾ ਪਾ ਕੇ ਰੱਖਦਾ। ਤੇ ਜਦੋਂ ਉਸ ਕਮਰੇ ਅੰਦਰ ਜਾਣਾ, ਉਦੋਂ ਬਾਣਾ ਲਾ ਦੇਣਾ ਤੇ ਸਾੜੀ ਲਾ ਲੈਣੀ ਜਨਾਨੀਆਂ ਵਾਲੀ। ਇਹ ਕਿਉਂ ਕਰਦੇ ਨੇ ਲੋਕ ਪਤਾ? ਕਦੀ ਅਸੀਂ ਸਾਡੀ ਭਾਵਨਾ ਉੱਥੇ ਗਏ, ਪੈਸਾ ਚੜਾਤਾ, ਕੜਾਹ ਪ੍ਰਸ਼ਾਦ ਲਿਆ, ਤੇ ਬੱਲੇ ਲੰਗਰ ਬਾਬਾ ਨਿਧਾਨ ਸਿੰਘ ਦਾ ਆ ਕੁਛ ਲੈ ਕੇ ਆਉਂਦੇ ਲੋਕ ਸਾਡੇ ਉੱਥੋਂ। ਬਹੁਤੇ ਉੱਥੇ ਡੋਡੀਆਂ ਡਾਡੀਆਂ ਕੋ ਬਹੁਤੀਆਂ ਹੀ ਉਹ ਉੱਥੇ ਦੂਸਰੀਆਂ ਦੁਕਾਨਾਂ ਵੀ ਹੈਗੀਆਂ ਵੇ ਭੁੱਖੀਆਂ ਭੱਕੀਆਂ ਵਾਲੀਆਂ, ਉਹ ਵੀ ਪ੍ਰਸ਼ਾਦ ਵਾਹਵਾ ਲੋਕੀ ਲੈ ਕੇ ਆਉਂਦੇ ਨੇ। ਇਹ ਕਿਉਂ? ਅੱਗੋਂ ਪਿੱਛੋਂ ਗੁਰੂ ਕਾ ਬਾਣਾ ਉਹ ਭਾਈ ਕੁਲਵੰਤ ਸਿੰਘ ਨੇ ਪਾਉਂਦਾ, ਤੇ ਜਦੋਂ ਉਹਦੇ ਅੰਦਰ ਜਾਣਾ ਬਾਣਾ ਲਾ ਦੇਣਾ ਤੇ ਸਾੜੀ ਜੀ ਲਾ ਕੇ ਅੰਦਰ ਜਾਣਾ। ਕਿਉਂ? ਇਹ ਕੀ ਗੱਲ ਹੈ? ਗੁਰੂ ਕਾ ਬਾਣਾ ਕਿਉਂ ਲਾਉਣਾ ਹੈ? ਕਿਉਂ ਲਾਉਂਦੇ ਨੇ? ਕਿਉਂਕਿ ਦੱਖਣ ਦੇ ਜਿੰਨੇ ਵੀ ਮੰਦਰ ਨੇ ਉਹਨਾਂ ਦੀ ਮਰਜ਼ਾਦਾ ਵਾ ਕਿ ਜਦੋਂ ਤੁਸੀਂ ਅੰਦਰ ਜਾਣਾ ਹੈ ਮੰਦਰ ਦੇ, ਉੱਥੇ ਤੇ ਅਨਸੀਤਾ ਕੱਪੜਾ ਵਲੇਟ ਕੇ ਤਨ ਤੇ ਜਾਣਾ ਹੈ, ਜਿਹਨੂੰ ਸੀਣ ਨਾ ਕੋਈ ਲੱਗੀ ਹੋਵੇ। ਤੇ ਉਹੀ ਮਰਜ਼ਾਦਾ ਸਨਾਤਨ ਮਤ ਦੀ ਉੱਥੇ ਹਜੂਰ ਸਾਹਿਬ ਦੱਖਣ ਦੇ ਅੰਦਰ ਹੈ। ਤੇ ਇੱਕ ਅਸੀਂ ਛੋਟੇ ਹੁੰਦਿਆਂ ਗੱਲ ਸੁਣਦੇ ਹੁੰਦੇ ਹਾਂ ਵੀ ਉੱਥੇ ਹਜੂਰ ਸਾਹਿਬ ਦੇ ਅੰਦਰ ਇੱਕ ਕਮਰਾ ਵਾ, ਉੱਥੇ ਰਾਤ ਨੂੰ ਪਾਣੀ ਰੱਖ ਦਿੱਤਾ ਜਾਂਦਾ, ਇੱਕ ਦਾਤਣ ਰੱਖ ਦਿੱਤੀ ਜਾਂਦੀ, ਤੇ ਰਾਤ ਕੋਈ ਇਸ਼ਨਾਨ ਕਰਦਾ ਵਾ। ਤੇ ਭਾਵਨਾ ਇਹ ਬਣੀ ਸੀ ਰਾਤ ਗੁਰੂ ਗੋਬਿੰਦ ਸਿੰਘ ਆਣ ਕੇ ਇਸ਼ਨਾਨ ਕਰਦੇ ਨੇ ਤੇ ਦਾਤਣ ਵੀ ਕਰਦੇ ਨੇ। ਇਹ ਛੋਟੇ ਹੁੰਦਿਆਂ ਗੱਲ ਸੁਣਨੀ। ਮੈਂ ਕਿਸੇ ਨੂੰ ਕਿਹਾ, ਮੈਂ ਇਸ ਤਰ੍ਹਾਂ ਹੋ ਨਹੀਂ ਸਕਦਾ। ਉਹਨੇ ਕਿਹਾ ਨਹੀਂ, ਮੁੜ ਕੇ ਬਾਹਰ ਨੂੰ ਪਾਣੀ ਵੀ ਆਉਂਦਾ ਵਾ ਤੇ ਲੋਕੀ ਮਹਿਸੂਸ ਕਰਦੇ ਵੀ ਅੰਦਰ ਕੋਈ ਨਹਾ ਰਿਹਾ ਵਾ। ਇਹ ਕਰਮ ਕਾਂਡ ਹੈ।
ਇੱਕ ਇਹ ਭਾਈ ਕੁਲਵੰਤ ਸਿੰਘ ਤੋਂ ਪਹਿਲਾਂ ਇੱਕ ਉੱਥੇ ਦਾ ਗ੍ਰੰਥੀ ਹੁੰਦਾ ਸੀ ਜੋਗਿੰਦਰ ਸਿੰਘ, ਬਾਬਾ ਜੋਗਿੰਦਰ ਸਿੰਘ ਮੋਨੀ। ਉਹਨੂੰ ਕਿਸੇ ਨੇ ਪੁੱਛਿਆ ਵੀ ਜਦੋਂ ਤੁਸੀਂ ਉਸ ਕਮਰੇ ਦੇ ਅੰਦਰ ਵੜਦੇ ਹੋ, ਸੇਵਾ ਕਰਦੇ ਹੋ, ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਦਾ ਦਰਸ਼ਨ ਹੋਇਆ ਵਾ? ਇਹ ਭਾਈ ਗੁਰ ਇਕਬਾਲ ਸਿੰਘ ਮਾਤਾ ਬੀਬੀ ਕੌਲਾਂ ਵਾਲੇ ਅੰਮ੍ਰਿਤਸਰ ਵਾਲੇ ਨੇ ਸਾਖੀ ਸੁਣਾਈ, ਮੈਂ ਸੁਣੀ ਹੈ ਵੀ ਤੁਸੀਂ ਇੰਨੀ ਸਾਰੀ ਜ਼ਿੰਦਗੀ ਉੱਥੇ ਸੇਵਾ ਕਰਦੇ ਰਹੇ ਹੋ, ਕੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਦਾ ਦਰਸ਼ਨ ਹੋਇਆ ਉੱਥੋਂ? ਵੇਖੋ ਭਾਈ, ਗੱਲ ਇਹ ਨਹੀਂ ਹੈ। ਗੁਰੂ ਉਹ ਸਾਡੇ ਗੁਰੂਆਂ ਦੇ ਅਸਥਾਨ ਨੇ, ਗੁਰੂ ਸਾਡੇ ਨਾਲ ਨੇ, ਉਹ ਪੂਜਣਯੋਗ ਨੇ, ਉਹ ਨਮਸਕਾਰ ਕਰਨ ਯੋਗ ਨੇ, ਦਰਸ਼ਨ ਕਰਨ ਯੋਗ ਨੇ, ਸਾਡੇ ਗੁਰੂਆਂ ਦੇ ਅਸਥਾਨ ਨੇ। ਸਾਡੇ ਗੁਰੂ ਨਹੀਂ ਆ ਉੱਥੇ। ਗੁਰ ਮੇਰੇ ਸੰਗ ਸਦਾ ਹੈ ਨਾਲੇ। ਜੇ ਗੁਰੂ ਹਜ਼ੂਰ ਸਾਹਿਬ ਬੈਠਾ ਤੇ ਸਿੱਖ ਪੰਜਾਬ 'ਚ ਬੈਠਾ, ਇਹ ਕਿੱਦਾਂ ਦੀ ਧਰਮ ਹੈ? ਉਹਨੂੰ ਜਦੋਂ ਕਿਸੇ ਨੇ ਕਿਹਾ ਵੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਦਾ ਦਰਸ਼ਨ ਹੋਇਆ, ਤੁਸੀਂ ਇੰਨਾ ਸਮਾਂ ਹੋ ਗਿਆ ਹਜ਼ੂਰ ਸਾਹਿਬ ਸੇਵਾ ਕਰਦਿਆਂ, ਵੇਖੋ ਅੱਧੀ ਰਾਤ ਨੂੰ ਗਾਗਰ ਪਾਣੀ ਦੀ ਲਿਆਉਣੀ, ਆਪ ਉਹ ਲੋਕ ਟੂਟੀਆਂ ਤੋਂ ਨਹਾਉਂਦੇ ਨੇ, ਤੇ ਜਿਹੜੇ ਗੁਰੂ ਵਾਸਤੇ ਪਾਣੀ ਵਰਤਣਾ ਉਹ ਗੰਦੇ ਨਾਲਿਆਂ 'ਚ ਲੱਭਦੇ ਫਿਰਦੇ ਨੇ। ਉਹ ਗੋਦਾਵਰੀ ਵਿੱਚ ਸਾਰੇ ਸ਼ਹਿਰਾਂ ਦੇ ਗਟਰਾਂ ਦੇ ਗੰਦਾ ਪਾਣੀ ਪੈਂਦਾ ਹੈ, ਗੁਰੂ ਵਾਸਤੇ ਉੱਥੋਂ ਪਾਣੀ ਲਿਆਉਣਾ ਹੈ ਤੇ ਆਪ ਟੂਟੀਆਂ ਤੋਂ ਨਹਾਉਣਾ ਹੈ। ਇਹ ਅਰਦਾਸ ਵੀ ਕਰਦੇ ਨੇ ਸਿੱਖਾਂ ਨੂੰ ਗੋਦਾਵਰੀ ਕਾ ਦਰਸ਼ਨ ਹੋਵੇ। ਲਓ, ਸਿੱਖ ਨਦੀਆਂ ਨਾਲਿਆਂ ਦਾ ਪੁਜਾਰੀ ਬਣ ਗਿਆ। ਮੈਂ ਕਹਿ ਰਿਹਾ ਸੀ ਵੀ ਇਹਨਾਂ ਨੇ, ਦੱਖਣੀ ਲੋਕਾਂ ਨੇ, ਧੰਨ ਗੁਰੂ ਗੋਬਿੰਦ ਸਿੰਘ ਦੀ ਕੋਈ ਵੀ ਮਰਜ਼ਾਦਾ ਉੱਥੇ ਲਾਗੂ ਨਹੀਂ ਹੋਣ ਦਿੱਤੀ, ਨਾ ਹੋਣ ਦੇਣੀ ਹੈ। ਜੋ ਮਰਜ਼ੀ ਕਰ ਲਓ, ਤੁਸੀਂ ਲਾਈ ਜਾਓ ਜ਼ੋਰ, ਉੱਤੇ ਕੜਾਹ ਖਾ ਕੇ ਆ ਜਾ ਕਰੋ, ਬੱਲੇ ਬੱਲੇ ਬਾਬਾ ਨਿਧਾਨ ਸਿੰਘ ਦਾ ਲੰਗਰ ਗੁਣ ਗਾਉਂਦੇ, ਬਾਬਾ ਨਿਧਾਨ ਸਿੰਘ ਦੇ ਆ ਜਾ ਕਰੋ ਤੁਸੀਂ। ਔਰ ਜਦੋਂ ਕਿਸੇ ਨੂੰ ਪੁੱਛਿਆ ਵੀ ਤੁਹਾਨੂੰ ਦਰਸ਼ਨ ਹੋਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ, ਤੇ ਬਾਬਾ ਜੋਗਿੰਦਰ ਸਿੰਘ ਮੋਨੀ ਚੁੱਪ ਕਰ ਗਿਆ। ਜੋ ਤੀਸਰੀ ਵਾਰੀ ਪੁੱਛਿਆ, ਇਸ ਸਟੇਜ ਤੇ ਗੱਲ ਕਹੀ ਭਾਈ ਗੁਰ ਇਕਬਾਲ ਨੇ, ਤੇ ਬਾਬਾ ਜੋਗਿੰਦਰ ਸਿੰਘ ਮੋਨੀ ਜੀ ਕਹਿੰਦੇ ਮੈਂ ਵੀ ਬੜਾ ਢੀਠ ਥਾ, ਮੈਂ ਜਦੋਂ ਜਾ ਕੇ ਕੁੰਡਾ ਖੋਲਦਾ ਥਾ ਤੇ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਬੁਲਾਉਂਦਾ ਥਾ, ਜੀ ਅੱਗੇ ਆਵਾਜ਼ ਨਹੀਂ ਸੀ ਆਉਂਦੀ, ਉਹਨਾਂ ਚਿਰ ਮੈਂ ਅੰਦਰ ਨਹੀਂ ਜਾਂਦਾ ਥਾ। ਇਹ ਕਿੱਦਾਂ ਦੀਆਂ ਕਹਾਣੀਆਂ ਘੜ ਲੀਆਂ ਨਾ ਲੋਕਾਂ ਨੇ। ਉਸ ਅਸਥਾਨ ਨੂੰ ਸਿੱਖਾਂ ਦੇ ਸਾਹਮਣੇ ਇੱਕ ਹਵਾ ਪੇਸ਼ ਕਰਕੇ ਰੱਖ ਦਿੱਤਾ ਇਹਨਾਂ ਨੇ। ਮੈਂ ਜਦੋਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਸਾਨੂੰ ਸਿੱਖਾਂ ਨੂੰ ਅੰਦਰ ਕਿਉਂ ਨਹੀਂ ਜਾਣ ਦਿੰਦੇ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਥਾਨ ਹੈ, ਉਸ ਅੰਦਰ ਪ੍ਰਕਾਸ਼ ਹੋਇਆ ਹੋਵੇ, ਸੰਗਤਾਂ ਮੱਥੇ ਟੇਕਣ, ਕਿਆ ਬਾਤ ਹੈ। ਨਾ ਤੇ ਉੱਥੇ ਸੁਖ ਆਸਣ ਦਾ ਕੋਈ ਕਮਰਾ। ਰਾਤ ਨੂੰ ਇਹ ਕੀ ਕਰਦੇ ਨੇ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਤੇ ਇੱਕ ਦਸਮ ਗ੍ਰੰਥ ਤੇ ਇੱਕ ਜਾਪ ਸਾਹਿਬ ਤੇ ਇੱਕ ਜਪਜੀ ਸਾਹਿਬ, 4 ਉੱਥੇ ਸਵੇਰੇ ਪਾਠ ਚੱਲਦੇ ਨੇ। ਗੁਰੂ ਗ੍ਰੰਥ ਸਾਹਿਬ ਦਾ ਪਾਠ, ਦਸਮ ਗ੍ਰੰਥ ਦਾ, ਜਾਪ ਸਾਹਿਬ ਦਾ ਤੇ ਉਹਦਾ ਜਪਜੀ ਸਾਹਿਬ ਦਾ ਖੰਡ ਪਾਠ ਚੱਲਦਾ ਉੱਥੇ। ਤੇ ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਨੇ ਤੇ ਨਾਲ ਦਸਮ ਗ੍ਰੰਥ ਦਾ। ਤੇ ਜਦੋਂ ਰਾਤ ਨੂੰ ਸੁਖ ਆਸਣ ਕਰਦੇ ਨੇ ਤੇ ਉਹ ਕਮਰਾ ਜਿਹਨੂੰ ਇਹ ਸੱਚਖੰਡ ਕਹਿੰਦੇ, ਜਿਹੜਾ ਸ਼ਸਤਰਾਂ ਦੇ ਨਾਲ ਭਰਿਆ ਪਿਆ। ਵੀ ਵੇਖੋ ਭਾਈ, ਗੁਰੂ ਗੋਬਿੰਦ ਸਿੰਘ 2-4 ਸ਼ਸਤਰ ਹੋਣਗੇ, ਠੀਕ ਆ, ਪੂਜਣ ਯੋਗ ਨੇ ਮਹਾਰਾਜ ਦੇ ਸ਼ਸਤਰ, ਉਹਨਾਂ ਨੂੰ ਉੱਥੇ ਕਿਤੇ ਸੀਸਿਆਂ 'ਚ ਮੜ ਕੇ ਕੰਧਾਂ ਦੇ ਨਾਲ ਟੰਗ ਕੇ ਰੱਖ ਦਿਓ, ਤੇ ਤੁਹਾਨੂੰ ਅੱਧੀ ਰਾਤ ਨਾਲ ਫਿਕਰ ਪੈ ਜਾਂਦੀ ਉਹਨਾਂ ਸ਼ਸਤਰਾਂ ਨੂੰ ਨਵਾਉਣ ਦੀ। ਇਹ ਕੀ ਮਰਜ਼ਾਦਾ ਹੈ? ਮੈਂ ਜਦੋਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਸਾਨੂੰ ਕਿਉਂ ਨਹੀਂ ਅੰਦਰ ਜਾਣ ਦਿੰਦੇ, ਇਹ ਗੁਰੂ ਗੋਬਿੰਦ ਸਿੰਘ ਦਾ ਸਥਾਨ ਆ, ਸੰਗਤਾਂ ਏਡੀ ਦੂਰੋਂ ਭਾਵਨਾ ਦੇ ਨਾਲ ਦਰਸ਼ਨ ਕਰਨ ਆਉਂਦੀਆਂ ਨੇ, ਤੇ ਤੁਸੀਂ ਵੱਡੇ ਵੱਡੇ ਬਰਸ਼ੇ ਲੈ ਕੇ ਬੂਹਿਆਂ ਅੱਗੇ ਖਲੋ ਜਾਂਦੇ ਨੇ ਵੀ ਕੋਈ ਅੰਦਰ ਨਾ ਵੜ ਜੇ ਅੰਦਰ। ਤੇ ਉਹਨਾਂ ਨੇ ਪਤਾ ਕੀ ਮੈਨੂੰ ਉਦਾਹਰਣ ਦਿੱਤੀ ਵੀ ਇਸ ਕਮਰੇ ਦੇ ਅੰਦਰ, ਜਿਹਨੂੰ ਸੱਚਖੰਡ ਕਹਿੰਦੇ ਆ, ਇਸ ਕਮਰੇ ਅੰਦਰ ਉਹ ਬੰਦਾ ਜਾ ਸਕਦਾ ਜਿਹਨੇ ਵਿਆਹ ਨਾ ਕਰਾਇਆ ਹੋਵੇ। ਤੇ ਮੈਂ ਅਸਥਾਨ ਕਿਹਦਾ ਹੈ? ਹੈ ਗੁਰੂ ਗੋਬਿੰਦ ਸਿੰਘ ਜੀ ਕਾ। ਤੇ ਮੈਂ ਜੇ ਅੱਜ ਗੁਰੂ ਗੋਬਿੰਦ ਸਿੰਘ ਆਉਣ ਇਸ ਸਥਾਨ ਦੇ ਉੱਤੇ ਹਜ਼ੂਰ ਸਾਹਿਬ, ਇਹਦਾ ਮਤਲਬ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਕਮਰੇ ਅੰਦਰ ਨਹੀਂ ਜਾਣ ਦਿਓਗੇ। ਕਹਿਣ ਲੱਗੇ ਕਿਉਂ ਨਹੀਂ? ਮੈਂ ਕਿਹਾ ਤੁਸੀਂ ਕਹਿੰਦੇ ਇਹਦੇ ਅੰਦਰ ਉਹ ਜਾ ਸਕਦਾ ਜਿਹਨੇ ਵਿਆਹ ਨਾ ਕਰਾਇਆ ਹੋਵੇ, ਤੇ ਗੁਰੂ ਗੋਬਿੰਦ ਸਿੰਘ ਦੇ ਤੇ 2 ਵਿਆਹ ਸਨ। ਇਹਦਾ ਮਤਲਬ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਇਸ ਕਮਰੇ 'ਚ ਨਹੀਂ ਜਾਣ ਦਿਓਗੇ।
ਇਹ ਉਹਨਾਂ ਦੀਆਂ ਆਪਣੀਆਂ ਮਰਜ਼ਾਦਾਵਾਂ ਨੇ। ਫਿਰ ਰਾਤ ਨੂੰ ਜਦੋਂ ਸੁਖ ਆਸਣ ਕਰਦੇ ਨੇ, ਉੱਥੇ ਅੰਦਰ ਛੋਟੀਆਂ ਛੋਟੀਆਂ ਅਲਮਾਰੀਆਂ ਨੇ, ਉਹ ਕਬਰਾਂ ਜਿਹਨੂੰ ਸੱਚਖੰਡ ਕਹਿੰਦੇ ਨੇ। ਉਹਨਾਂ ਅਲਮਾਰੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਰੱਖ ਦਿੱਤਾ ਜਾਂਦਾ ਹੈ। ਹਾਲਾਂਕਿ ਪੰਜਾਬ ਦੇ ਪਿੰਡਾਂ ਛੋਟੇ ਛੋਟੇ ਭਾਵੇਂ ਗੁਰਦੁਆਰੇ ਨੇ, ਸਿੱਖ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਛੋਟੇ ਛੋਟੇ ਸੁਖਾਸਨ ਬਣਾਏ ਨੇ, ਪਲੰਘੇ ਲਾਏ ਨੇ, ਪੱਖੇ ਲਾਏ ਨੇ, ਬੜੀ ਭਾਵਨਾ ਦੇ ਨਾਲ ਸੰਗਤਾਂ ਸੇਵਾ ਕਰਦੀਆਂ ਨੇ। ਪਰ ਹਜੂਰ ਸਾਹਿਬ ਉੱਥੇ ਸੁਖਾਸਨ ਦਾ ਕਮਰਾ ਨਹੀਂ ਹੈ, ਉਹ ਅਲਮਾਰੀ 'ਚ ਰੱਖ ਦਿੰਦੇ ਨੇ। ਅਤੇ ਚਾਬੀਆਂ ਉਹ ਕੁਲਵੰਤ ਸਿੰਘ ਦੇ ਕੋਲ, ਆਪਣੀ ਮਰਜ਼ੀ ਨਾਲ ਸੱਚਖੰਡ ਖੋਲ੍ਹੇ ਨਾ ਖੋਲ੍ਹੇ, ਨਾ ਉਹਨੂੰ ਕੋਈ ਬਾਰੀ ਨਹੀਂ, ਕੋਈ ਰੋਸ਼ਨਦਾਨ ਨਹੀਂ। ਰਾਤ ਨੂੰ ਗੁਰੂ ਗ੍ਰੰਥ ਸਾਹਿਬ ਅਲਮਾਰੀ 'ਚ ਰੱਖ ਕੇ ਜਿੰਦਰਾ ਮਾਰ ਕੇ ਸੱਚਖੰਡ ਦੀਆਂ ਚਾਬੀਆਂ ਤੇ ਲੈ ਗਿਆ ਭਾਈ ਕੁਲਵੰਤ ਸਿੰਘ। ਇਹ ਕਿਉਂ ਹੋਇਆ? ਇਹ ਪੰਜਾਬ ਦੀ ਧਰਤੀ ਤੋਂ ਮੰਹਤਾਂ ਕੋਲੋਂ ਅਸੀਂ ਆਜ਼ਾਦ ਕਰਾ ਲਿਆ। ਉਹ ਮੰਹਤ ਨੇ, ਅਜੇ ਤੱਕ ਮੰਹਤਾਂ ਵਾਲੀਆਂ ਮਰਜ਼ਾਦਾ ਹਜੂਰ ਸਾਹਿਬ ਚੱਲਣ ਦੀਆਂ ਨੇ। ਧੰਨ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਸਾਹਿਬ ਨੇ ਇੱਕ ਉੱਥੋਂ ਦੀ ਹੋਰ ਗੱਲ ਵੇਖੋ। ਮੇਰਾ ਮਤਲਬ ਇਹ ਨਹੀਂ ਹੈ, ਕੋਈ ਮਾੜਾ ਚੰਗਾ ਨਹੀਂ ਕਹਿਣਾ, ਵੀ ਸਾਡੇ ਨਾਲ ਹੋ ਕੀ ਰਿਹਾ, ਵੀ ਗੁਰੂ ਗੋਬਿੰਦ ਸਿੰਘ ਦੀਆਂ ਏਡੀਆਂ ਏਡੀਆਂ ਵੱਡੀਆਂ ਕੁਰਬਾਨੀਆਂ ਸੱਚੇ ਪਾਤਸ਼ਾਹ ਦੇ ਦਰ ਉੱਤੇ, ਗੁਰੂ ਗੋਬਿੰਦ ਸਿੰਘ ਦੇ ਦਰ ਉੱਤੇ ਗੁਰੂ ਗੋਬਿੰਦ ਸਿੰਘ ਦੀ ਕੋਈ ਮਰਜ਼ਾਦਾ ਨਾ ਲਾਗੂ ਹੋਵੇ। ਇਹ ਤੋਂ ਵੱਡਾ ਹੋਰ ਸਾਡੇ ਨਾਲ ਕੀ ਹੋਣਾ ਹੈ? ਹੁਣ ਗੁਰੂ ਨਾਨਕ ਸਾਹਿਬ ਨੇ ਆਰਤੀ ਦਾ ਖੰਡਨ ਕੀਤਾ। ਕੈਸੀ ਆਰਤੀ ਹੋਏ, ਕਰਨੀ ਨਹੀਂ ਹੈ ਆਰਤੀ, ਆਰਤੀ ਹੋ ਰਹੀ ਹੈ। ਮਾਰ ਨੇ ਕਿਹਾ ਜਿੱਥੇ ਆਰਤੀ ਹੋ ਰਹੀ ਸੀ ਜਗन्नाथपुरी ਉੜੀਸਾ, ਗੁਰੂ ਨਾਨਕ ਸਾਹਿਬ ਕਹਿੰਦੇ ਕੈਸੀ ਆਰਤੀ ਹੋਏ, ਤੁਸੀਂ ਕਿਉਂ ਕਰਦੇ ਹੋ? ਆਰਤੀ ਤਾਂ ਹੋ ਰਹੀ ਹੈ, ਪਵਖੰਡਣਾ ਤੇਰੀ ਆਰਤੀ। ਉਹ ਆਰਤੀ ਦਾ ਜਿੰਨਾ ਦੂਸਰਿਆਂ ਮੰਦਰਾਂ 'ਚ ਜਾ ਕੇ ਅਸੀਂ ਖੰਡਨ ਕੀਤਾ ਸਾਡੇ ਗੁਰੂਆਂ ਨੇ, ਉਹ ਆਰਤੀ, ਉਹ ਟੱਲੀਆਂ ਵਜਾਉਣੀਆਂ ਆਰਤੀਆਂ, ਦੀਵੇ ਜਗਾਉਣੇ, ਉਹ ਅੱਜ ਹਜੂਰ ਸਾਹਿਬ ਟੱਲੀਆਂ ਵੱਜ ਰਹੀਆਂ ਨੇ। ਹੋਰ ਗੱਲ ਇੱਕ ਵੀ ਚਲੋ ਕੋਈ ਮਾਸ ਖਾਵੇ ਨਾ ਖਾਵੇ, ਸਾਨੂੰ ਨਹੀਂ ਗਾ ਇਸ ਦੇ, ਸਾਨੂੰ ਕੋਈ ਇਤਰਾਜ਼ ਨਹੀਂ ਆ। ਈਸਾਈ ਵੀ ਮਾਸ ਖਾਂਦੇ ਨੇ, ਮੁਸਲਮਾਨ ਵੀ ਮਾਸ ਖਾਂਦੇ ਨੇ, ਸਾਨੂੰ ਕੋਈ ਇਤਰਾਜ਼ ਨਹੀਂ। ਸਿੱਖ ਵੀ ਖਾਵੇ, ਸਾਨੂੰ ਕੋਈ ਇਤਰਾਜ਼ ਨਹੀਂ ਹੈ ਮਾਸ ਖਾਣ ਦੇ ਉੱਤੇ। ਉਸ ਅਸਥਾਨ ਦੇ ਉੱਤੇ ਬੱਕਰਾ ਵੱਢੇ ਜਾਣੇ, ਫਿਰ ਬੱਕਰਾ ਵੱਢ ਕੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਟਿੱਕੇ ਲਾਉਣੇ, ਅੰਦਰ ਸ਼ਸਤਰਾਂ ਨੂੰ ਟਿੱਕੇ ਲਾਉਣੇ, ਇਹ ਸਿੱਖਾਂ ਦੇ ਨਾਲ ਬੇਇਨਸਾਫੀ ਨਹੀਂ ਤੇ ਹੋਰ ਕੀ ਹੈ? ਇੱਕ ਹੋਰ ਗੱਲ ਹੈ, ਦੱਖਣ ਵਿੱਚ ਜਾਓ, ਉੱਥੇ ਦੁਸਹਿਰਾ ਬੜੇ ਵੱਡੇ ਪੱਧਰ 'ਤੇ ਮਨਾਇਆ ਜਾਂਦਾ, ਕਿਉਂਕਿ ਦੁਸਹਿਰੇ ਤੋਂ ਪਹਿਲਾਂ ਦੁਰਗਾ ਦੀ ਪੂਜਾ ਕੀਤੀ ਜਾਂਦੀ ਹੈ। ਉੱਥੇ ਹੋਰ ਆਪਣੇ ਦਿਨ ਦਿਹਾੜੇ 'ਤੇ ਵੱਡੇ ਪੱਧਰ 'ਤੇ ਮਨਾਏ ਜਾਂਦੇ, ਪਰ ਹਜੂਰ ਸਾਹਿਬ ਦੀ ਧਰਤੀ 'ਤੇ ਦੁਸਹਿਰਾ ਵੱਡੇ ਪੱਧਰ 'ਤੇ ਮਨਾਇਆ ਜਾਂਦਾ। ਲੈ ਦੱਸੋ, ਦੁਸਹਿਰੇ ਨਾਲ ਸਿੱਖ ਧਰਮ ਦਾ ਕੋਈ ਹੈ ਲੈਣ ਦੇਣ? ਕੋਈ ਹੈ ਲੈਣ ਦੇਣ? ਕਿਉਂ ਮਨਾਇਆ ਜਾਂਦਾ? ਕਿਉਂਕਿ ਦੱਖਣ ਦੇ ਅੰਦਰ ਉਹ ਲੋਕ ਜਿਹੜੇ ਨੇ ਦੁਰਗਾ ਦੀ ਪੂਜਾ ਕਰਦੇ ਨੇ, ਤੇ ਉਹ ਹਜੂਰ ਸਾਹਿਬ ਵੀ ਉਹ ਲੋਕੀ ਦੁਰਗਾ ਦੇ ਪੁਜਾਰੀ ਬੈਠੇ ਹੋਏ ਨੇ। ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਕੋਈ ਮਰਜ਼ਾਦਾ ਉੱਥੇ ਲਾਗੂ ਨਹੀਂ ਹੋਣ ਦਿੰਦੇ ਹੋ। ਤਾਂ ਬਾਕੀ ਅਸੀਂ ਜੋ ਗੱਲਾਂ ਕਹਿਣੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ ਬਾਰੇ, ਕਿਉਂਕਿ ਗੱਲਾਂ ਤੇ ਬੜੀਆਂ ਕਹਿਣ ਵਾਲੀਆਂ ਨੇ, ਪਰ ਇਹ ਗੱਲਾਂ ਥੋੜ੍ਹੀਆਂ ਜਿਹੀਆਂ ਲੋਕਾਂ ਨੂੰ ਚੁੱਭਣੀਆਂ ਵੀ ਨੇ ਭਾਈ। ਨਹੀਂ, ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਸਰੀਰ ਛੱਡਿਆ, ਸਿੰਘਾਂ ਨੇ ਸੰਸਕਾਰ ਕੀਤਾ, ਮੁੜ ਕੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦਾ ਅੰਗੀਠਾ ਬਣਾਇਆ ਉੱਥੇ। ਹਾਲਾਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਹਦਾਇਤ ਕਰ ਗਏ ਸੀ ਵੀ ਅੰਗੀਠਾ ਨਹੀਂ ਬਣਾਉਣਾ, ਸਿੱਖ ਅੰਗੀਠਿਆਂ ਦਾ ਪੁਜਾਰੀ ਨਹੀਂ ਹੈ, ਪਰ ਫੇਰ ਵੀ ਬਣ ਗਿਆ, ਚਲੋ ਕੁਛ ਵੀ ਹੋ ਗਿਆ। ਪਰ ਜੇ ਉਹ ਸਾਡਾ ਤਖਤ ਹੈ, ਸਾਡੇ ਗੁਰੂ ਗੋਬਿੰਦ ਸਿੰਘ ਦਾ ਅਸਥਾਨ ਹੈ, ਤੇ ਸੱਚੇ ਪਾਤਸ਼ਾਹ ਦੀ ਉੱਥੇ ਕੋਈ ਮਰਜ਼ਾਦਾ ਤਾਂ ਲਾਗੂ ਹੋਣੀ ਚਾਹੀਦੀ ਹੈ ਨਾ। ਸਿੱਖ ਸੰਗਤਾਂ ਭੋਲੀਆਂ ਨੇ, ਸ਼ਰਧਾ ਵਸ ਉੱਥੇ ਹੋ ਕੇ ਜਾਂਦੀਆਂ ਨੇ, ਪੈਸਾ ਚੜਾਉਂਦੇ ਨੇ, ਉਹ ਮੌਜਾਂ ਪੈ ਕਰਦੇ ਨੇ। ਉਹ ਵਾਰਨਿੰਗ ਦਿੰਦੇ ਨੇ, ਜੇ ਕਿਸੇ ਨੇ ਆਣ ਕੇ ਇਸ ਧਰਤੀ ਉੱਤੇ ਹਜੂਰ ਸਾਹਿਬ ਸਿੱਖ ਮਰਜ਼ਾਦਾ ਦੀ ਗੱਲ ਕੀਤੀ ਨਾ, ਤੇ ਵੱਢ ਕੇ ਇੱਥੇ ਨੱਪ ਦਿਆਂਗੇ। ਉਹ ਧਮਕੀਆਂ ਦਿੰਦੇ ਨੇ। 1980 ਤੋਂ ਪਹਿਲਾਂ ਦੀ ਗੱਲ ਕਿਸੇ ਨੇ ਮੈਨੂੰ ਦੱਸੀ। ਕੋਈ ਪੰਜਾਬ ਦਾ ਮੈਂ ਕਿ ਸੰਪਰਦਾਇ ਬੰਦਾ ਸੀ, ਗਿਆਨੀ ਸੀ, ਉੱਥੇ ਕਥਾਵਾਚਕ ਲੱਗ ਗਿਆ ਹਜੂਰ ਸਾਹਿਬ।
ਇਹ 80 ਤੋਂ ਪਹਿਲਾਂ ਇਹ ਜਿਹੜੇ ਪੁਜਾਰੀ ਸੀ ਮਾਸ ਤਾਂ ਸਰੇਆਮ ਖਾਂਦੇ ਆ, ਹੁਣ ਵੀ ਖਾਂਦੇ ਆ। ਉੱਥੇ ਸ਼ਰਾਬ ਵੀ ਪੀਂਦੇ ਹੁੰਦੇ ਸੀ। ਉਹ ਪੰਜਾਬ ਦਾ ਗਿਆਨੀ, ਟਕਸਾਲ ਦਾ ਗਿਆਨੀ ਉੱਥੇ ਗਿਆ, ਉਹਨੇ ਆਖਿਆ ਵੀ ਤੁਸੀਂ ਭਾਈ ਇੱਕ ਤੇ ਮਾਸ ਖਾਂਦੇ ਹੋ ਸ਼ਰੇਆਮ, ਦੂਜਾ ਤੁਸੀਂ ਹਜੂਰ ਸਾਹਿਬ ਇੱਥੇ ਸ਼ਰਾਬ ਵੀ ਪੀਂਦੇ ਹੋ। ਉਹਨੇ ਕਥਾ ਕਰਦਿਆਂ ਕੋਈ ਇਹਨਾਂ ਦੇ ਉਲਟ ਗੱਲਾਂ ਕਹਿ ਦਿੱਤੀਆਂ। ਉਹ ਕੁੱਟਿਆ ਨੂੰ ਰਹਿ ਰੱਬ ਦਾ ਨਾਂ, ਜਦੋਂ ਕਥਾ ਕਰਕੇ ਹਟਿਆ ਨਾ ਤੇ ਉਹ ਕੁੱਟਿਆ ਰਹਿ ਰੱਬ ਦਾ ਨਾਂ ਲੈ। ਉਹਨੇ ਮੁੜ ਕੇ ਪੰਜਾਬ ਨੂੰ ਸੁਨਾਹ ਭੇਜਿਆ ਵੀ ਮੇਰੀਆਂ ਤੇ ਇਹਨਾਂ ਨੇ ਹੱਡੀਆਂ ਤੋੜ ਦਿੱਤੀਆਂ ਜੇ। ਇੱਥੋਂ ਫਿਰ ਬੰਦੇ ਗਏ, ਫਿਰ ਵਾਰਨਿੰਗ ਦਿੱਤੀ ਉਹਨਾਂ ਨੂੰ, ਅੱਜ ਤੋਂ ਬਾਅਦਾਂ ਜੇ ਤੁਸਾਂ ਹਜੂਰ ਸਾਹਿਬ ਦੇ ਪੁਜਾਰੀ ਹੁੰਦਿਆਂ ਹੋਇਆਂ ਪਾਠ ਪੂਜਾ ਕਰਨ ਵਾਲੇ ਹੋ, ਜੇ ਤੁਸਾਂ ਸ਼ਰਾਬ ਪੀਤੀ ਤੇ ਜੀਂਦੇ ਤੁਹਾਨੂੰ ਆਣ ਕੇ ਸਾੜਾਂਗੇ। ਇਹ ਫਿਰ ਉੱਥੋਂ ਸ਼ਰਾਬ ਪੀਣੋਂ ਹਟ ਗਏ ਆ ਤੇ ਮਾਸ ਤੇ ਭੰਗ ਅਜੇ ਆਮ ਉੱਥੇ ਸ਼ਰੇਆਮ ਚੱਲਦਾ ਹੈ। ਹਾਂ, ਸੰਪਰਦਾਈ ਲੋਕ ਨੇ, ਉਹ ਪੀਣ ਭੰਗਾਂ ਖਾਣ ਮਾਸ, ਸਾਨੂੰ ਨਹੀਂ ਹੈ ਕੋਈ ਇਤਰਾਜ਼। ਸਾਡੇ ਇਹ ਪੰਥ ਦਾ ਜਗ੍ਹਾ ਵਾ, ਇਹ ਸੰਪਰਦਾ ਦੀ ਜਗ੍ਹਾ ਨਹੀਂ ਹੈ, ਇਹ ਕਿਸੇ ਕਮੇਟੀ ਵਕਤ ਬੋਰਡ ਦੀ ਨਹੀਂ ਹੈ ਜਗ੍ਹਾ, ਇਹ ਸਿੱਖ ਕੌਮ ਦੀ ਜਗ੍ਹਾ ਵਾ। ਇੱਥੇ ਤੇ ਸਿੱਖ ਕੌਮ ਦੀ ਕੋਈ ਮਰਜ਼ਾਦਾ ਲਾਗੂ ਹੋਣੀ ਚਾਹੀਦੀ ਹਜੂਰ ਸਾਹਿਬ ਭਾਈ। ਤੇ ਮਹਾਰਾਜ ਕਿਰਪਾ ਕਰਨ, ਉਹ ਸਾਨੂੰ ਤੇ ਸਿੱਖ ਹੀ ਨਹੀਂ ਮੰਨਦੇ, ਕਹਿੰਦੇ ਤੁਹਾਡੇ ਕੋਲ ਤਾਂ ਕੋਈ ਮਰਜ਼ਾਦਾ ਹੀ ਨਹੀਂ। ਸਾਰੀ ਗੁਰੂ ਗੋਬਿੰਦ ਸਿੰਘ ਵਾਲੀ ਮਰਜ਼ਾਦਾ ਤਾਂ ਅਸੀਂ ਸਾਂਭ ਕੇ ਰੱਖੀ ਹੋਈ ਆ। ਕੀ ਉੱਥੇ ਆਰਤੀਆਂ ਕਰਨੀਆਂ, ਟੱਲੀਆਂ ਵਜਾਉਣੀਆਂ, ਟਿੱਕੇ ਲਾਉਣੇ, ਭੰਗ ਰਗੜਨੀ, ਭੰਗ ਪੀਣੀ, ਬੱਕਰੇ ਵੱਢਣੇ, ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਖੂਨ ਲਾਉਣਾ, ਇਹ ਸਾਡੀ ਸਿੱਖ ਧਰਮ ਦੀ ਮਰਜ਼ਾਦਾ ਭਾਈ। ਨਾ ਨਾ ਨਾ, ਸੱਚੇ ਪਾਤਸ਼ਾਹ ਰਹਿਮਤਾਂ ਕਰਨ ਭਾਈ। ਇਹ ਪਖੰਡਵਾਦ ਬਹੁਤ ਧਰਮ ਦੇ ਨਾਂ 'ਤੇ ਹਜੂਰ ਸਾਹਿਬ ਦੀ ਧਰਤੀ 'ਤੇ ਚੱਲਣ ਦਿਆ। ਕੱਲ੍ਹ ਨੂੰ ਅਸੀਂ ਫੇਰ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ ਬਾਰੇ, ਕਿਸ ਤਰ੍ਹਾਂ ਮਹਾਰਾਜ ਦਾ ਉੱਥੇ ਸੰਸਕਾਰ ਹੋਇਆ ਸੱਚੇ ਪਾਤਸ਼ਾਹ ਦਾ, ਮੈਂ ਫੇਰ ਕਹਿ ਦਿਆਂ, ਸਰੀਰ ਦੇ ਸੰਸਕਾਰ ਹੋਣ ਦੇ ਨਾਲ ਸਿੱਖ ਦਾ ਗੁਰੂ ਨਹੀਂ ਮਰ ਜਾਂਦਾ, ਗੁਰੂ ਨਹੀਂ ਮੁੱਕ ਜਾਂਦਾ। ਜਦ ਗੁਰੂ ਤੇਗ ਬਹਾਦਰ ਦਾ ਸੰਸਕਾਰ ਹੋਇਆ ਦਿੱਲੀ, ਕੀ ਅੱਜ ਗੁਰੂ ਤੇਗ ਬਹਾਦਰ ਨੂੰ ਮੰਨਣ ਵਾਲੇ ਸਿੱਖ ਨਹੀਂ ਹੈ? ਉਹਨਾਂ ਦਾ ਆਪਣਾ ਸਰੀਰ ਦਾ ਸੰਸਕਾਰ ਉੱਥੇ ਹੋਇਆ ਦਿੱਲੀ, ਤੇ ਸਿਰ ਸੀਸ ਦਾ ਮਹਾਰਾਜ ਦਾ ਆਨੰਦਪੁਰ ਸੰਸਕਾਰ ਹੋਇਆ। ਕੀ ਅੱਜ ਸਿੱਖ ਦੀ ਭਾਵਨਾ ਗੁਰੂ ਤੇਗ ਬਹਾਦਰ ਤੋਂ ਮੁੱਕ ਗਈ ਆ ਵੀ ਉਹਨਾਂ ਦਾ ਸੰਸਕਾਰ ਹੋ ਗਿਆ? ਨਹੀਂ ਨਹੀਂ ਨਹੀਂ, ਸਤਿਗੁਰ ਜਾਗਤਾ ਹੈ ਦੇਵ, ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਉਹ ਸਰੀਰ ਤਾਂ ਧਾਰਨ ਕਰਦੇ ਨੇ, ਪਰ ਉਹ ਰੱਬੀ ਜੋਤ ਹੁੰਦੀ ਆ। ਉਹ ਹਮੇਸ਼ਾ ਰੱਬ ਮੁੜ ਕੇ ਆਪਣੀ ਸਾਰੀ ਕਿਰਿਆ ਕਰਕੇ ਫਿਰ ਵੀ, ਜਿੱਦਾਂ ਉਹ ਕਬੀਰ ਨੇ ਕਿਹਾ, ਬੌਰ ਹਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਤਿਸੇ ਕਾ, ਹੁਕਮੇ ਬੁੱਝ ਸਮਾਵੇਂਗੇ। ਮੈਂ ਨਾ ਮਰੂੰ ਮਰਬੋਮ ਸੰਸਾਰਾ, ਅਬ ਮੋਏ ਮਿਲਿਓ ਹੈ ਜੀਵਾਲਣ ਹਾਰਾ। ਉਹ ਜਿਹੜੀ ਆਤਮਾ ਹੁੰਦੀ ਆ, ਨਾ ਉਹ ਬਾਲਾ ਨਾ ਉਹ ਬੂਢਾ ਪਾਈ, ਆ ਮੰਦਰ ਮੇ ਕੌਣ ਬਸਾਈ, ਤਾਂ ਕਾ ਅੰਤ ਨਾ ਕੋ ਪਾਏ। ਨਾ ਇਹ ਬਾਲਾ ਨਾ ਇਹ ਬੂਢਾ, ਕੁਛ ਨਹੀਂ ਆਏ, ਆਤਮਾ ਸਰੂਪ ਨੇ। ਗੁਰੂ ਸਾਡੇ ਸਰੀਰ ਧਾਰੀ ਨਹੀਂ ਸਨ। ਹਾਂ, ਸਰੀਰ ਉਹਨਾਂ ਨੇ ਧਾਰਨ ਜ਼ਰੂਰ ਕੀਤਾ ਹੈ, ਪਰ ਪੀਰ ਪਗੰਬਰ ਔਲੀਏ ਕੋ ਥਿਰ ਨਾ ਰਹਾਸੀ, ਨਿਚਲ ਸੱਚ ਖੁਦਾਏਕ, ਖੁਦਾਏ ਬੰਦਾ ਅਬਨਾਸੀ। ਉਹ ਰੱਬੀ ਰੂਪ ਸਨ, ਰੱਬ ਵਿੱਚ ਲੀਨ ਹੋ ਗਏ। ਸਰੀਰ ਉਹਨਾਂ ਨੇ ਜਨਮ ਲਿਆ, ਉਹ ਜਵਾਨ ਹੋਏ, ਉਹ ਬੁੱਢੇ ਹੋਏ। ਇੱਕ ਹੋਰ ਗੱਲ ਹੈ, ਇਹ ਜੀ ਜਨਮ ਨਹੀਂ ਕਹਿਣਾ ਸਾਡੇ ਗੁਰੂਆਂ ਦਾ, ਪ੍ਰਕਾਸ਼ ਹੋਇਆ ਕਹਿਣਾ। ਤੇ ਜਨਮ ਕਹਿਣ ਵਿੱਚ ਕੀ ਹੱਕ ਹੈ, ਕੀ ਹਾਨੀ ਕੀ ਹੈ? ਮਹਾਰਾਜ ਬਾਣੀ ਸਿੱਧਾ ਲਿਖਿਆ, ਤਾਹੀ ਪ੍ਰਕਾਸ਼। ਉਹ ਜਿੱਦਾਂ ਮਹਾਰਾਜ ਦਾ ਵੀ ਧਨ ਜਨਨੀ ਜਿਨ ਜਾਇਆ, ਧਨ ਪਿਤਾ ਪ੍ਰਦਾਨ, ਜਾਹੀ ਕਾਜ ਧਰਾ ਹਮ ਜਨਮੰ। ਗੁਰੂ ਗੋਬਿੰਦ ਸਿੰਘ ਦੇ ਮੈਂ ਜਨਮ ਲਿਆ ਵਾ, ਜਾਹੀ ਕਾਜ ਧਰਾ ਹਮ ਜਨਮ। ਜਿੱਦਣ 6ਵੇਂ ਪਾਤਸ਼ਾਹ ਦਾ ਜਨਮ ਹੋਇਆ ਵਡਾਲੀ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਅਰਜਨ ਦੇਵ ਨੇ ਸ਼ਬਦ ਲਿਖਿਆ, ਜੰਮਿਆ ਪੂਤ, ਜੰਮਿਆ ਲਿਖਿਆ, ਜੰਮਿਆ ਪੂਤ ਭਗਤ ਗੋਬਿੰਦ ਕਾ, ਲਿਖਿਆ ਪ੍ਰਗਟਿਆ ਸਭ ਮੈਂ ਲਿਖਿਆ ਤੁਰ ਕਾ। ਉਹਨਾਂ ਦੇ ਭਾਈ ਜਨਮ ਵੀ ਹੋਏ ਨੇ, ਉਹ ਜਵਾਨ ਵੀ ਹੋਏ ਨੇ, ਉਹਨਾਂ ਦੇ ਬੁਢੇਪਾ ਵੀ ਆਇਆ, ਉਹ ਫਾਨੀ ਸੰਸਾਰ ਤੋਂ ਕੂਚ ਵੀ ਕਰ ਗਏ ਨੇ। ਇਸ ਕਰਕੇ ਇਹ ਸਾਡੀ ਕੋਈ ਆਸਥਾ ਕੱਚੀ ਨਹੀਂ ਹੋਣੀ ਚਾਹੀਦੀ ਵੀ ਇਹ ਸਰੀਰ ਗੁਰੂ ਦਾ ਸੰਸਕਾਰ ਨਹੀਂ ਹੁੰਦਾ। ਨਹੀਂ ਨਹੀਂ, 10 ਗੁਰੂਆਂ ਦੇ ਸੰਸਕਾਰ ਹੋਏ ਨੇ। ਅੱਜ ਜੋ ਸਾਡੇ ਪੰਥ ਤੇ ਗੁਰੂ ਗ੍ਰੰਥ ਸਾਹਿਬ ਸਾਡੇ ਵਿੱਚ ਨੇ, ਗੁਰਮੇਰ ਸੰਗ ਸਦਾ ਹੈ ਨਾਲੇ। ਕੱਲ੍ਹ ਨੂੰ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜਦੋਂ ਸਰੀਰ ਛੱਡਣ ਲੱਗੇ ਨੇ,
ਤੇ ਪੰਥ ਨੂੰ ਜਦੋਂ ਮਹਾਰਾਜ ਨੇ ਕਿਹਾ ਵੀ ਹੁਣ ਸਾਡਾ ਆਖਰੀ ਸਮਾਂ ਆ ਗਿਆ, ਤੇ ਸਿੰਘ ਮਹਾਰਾਜ ਦੇ ਕੋਲ ਥੋੜ੍ਹੇ ਹੀ ਸਨ, ਬੜਾ ਵਿਰਾਗ ਕੀਤਾ। ਫਿਰ ਮਹਾਰਾਜ ਨੇ ਕੀ ਕੀ ਹਦਾਇਤਾਂ ਕੀਤੀਆਂ ਉਹ ਕੱਲ੍ਹ ਨੂੰ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇੰਨਾ ਕਹਿੰਦਾ ਦਾਸ ਖਿਮਾ ਦਾ ਜਾਚਕ ਹੈ, ਮਹਾਰਾਜ ਰਹਿਮਤਾਂ ਕਰਨ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦਾ ਜੀਵਨ ਗਾਥਾ ਬੜੀ ਲੰਬੇਰੀ ਆ। ਇੱਕ ਹੱਥ ਵਿੱਚ ਉਹਦੇ ਬਾਜ, ਦੂਜੇ ਹੱਥ ਵਿੱਚ ਉਹਦੇ ਘੋੜਾ, ਤੇ ਸਮਾਂ ਉਹਦੇ ਕੋ ਪੈਂਡਾ ਉਹਦਾ ਬੜਾ ਲੰਬੇਰਾ, ਸਮਾਂ ਉਹਦੇ ਕੋ ਘੱਟ ਸੀ ਤੇ ਪੈਂਡਾ ਬੜਾ, ਵਾਟ ਉਹਦੇ ਬੜਾ ਲੰਬੇਰਾ ਸੀ। ਤੇ ਮਹਾਰਾਜ ਛੋਟੀ 42 ਸਾਲ ਦੀ ਆਰਜੂ ਭੋ ਕੇ ਫਾਂਦੀ ਸੰਸਾਰ ਤੋਂ ਕੂਚ ਕਰ ਗਏ ਨੇ। ਤੇ ਆਉਣ ਵਾਲੇ ਸਮੇਂ 'ਚ ਆਪਾਂ ਮਹਾਰਾਜ ਕੱਲ੍ਹ ਦੀ ਦਿਹਾੜੀ ਫਿਰ ਇਸੇ ਟਾਈਮ ਸੱਚੇ ਪਾਤਸ਼ਾਹ ਦਾ ਆਖਰੀ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਿ ਹੋਈ ਤਿਆਰੀ ਹਮਰੀ ਪਰਲੋਕ, ਤਰੋ ਆਨੰਦ ਨ ਕੀਜੇ ਸੋਗ, ਗੁਰ ਬਕੁੰਠ ਜਬ ਕੋ ਕਹੇ ਸਭ ਕੇ ਮਨ ਉਦਾਸੀ ਰਹੇ। ਇਹਨਾਂ 'ਤੇ ਵਿਚਾਰ ਕਰਾਂਗੇ। ਇੱਥੇ ਕਹਿੰਦਾ ਦਾਸ ਖਿਮਨ ਦਾ ਜਾਤਕ ਹੈ ਭਾਈ, ਇਹ ਗੱਲਾਂ ਕੋਈ ਕਹਿੰਦਾ ਨਹੀਂ ਹੈ, ਇਹ ਬੜੀਆਂ ਰਿਸਕ ਵਾਲੀਆਂ ਗੱਲਾਂ ਨੇ ਭਾਈ। ਗੁਣੀ ਗਿਆਨੀ ਸਾਡੀ ਕੌਮ ਦੇ ਪੈਸੇ ਪਿੱਛੇ ਬਰਬਾਦ ਹੋ ਗਏ ਨੇ, ਉਹ ਸੱਚ ਨਹੀਂ ਬੋਲਦੇ। ਤੇ ਮਹਾਰਾਜ ਕਿਰਪਾ ਕਰਨ, ਸਾਨੂੰ ਤਾਂ ਭਾਈ ਇੱਥੇ ਕੋਈ ਨਾ ਸਟੇਜ ਦਾ ਖਤਰਾ, ਨਾ ਕੋਈ ਪੈਸੇ ਦੀ ਗੱਲ ਹੈ। ਅਸੀਂ ਤੇ ਜੋ ਮਹਾਰਾਜ ਦੀ ਗੱਲ ਹੈ ਕਹਿ ਦਿੱਤੀ ਭਾਈ, ਕਿਸੇ ਨੂੰ ਮਾੜਾ ਲੱਗੇ ਕਿਸੇ ਨੂੰ ਚੰਗਾ ਲੱਗੇ, ਆਪੋ ਆਪਣੀ ਭਾਵਨਾ। ਤੇ ਮਹਾਰਾਜ ਰਹਿਮਤਾਂ ਹੀ ਕਾਰਨ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਕੱਲ੍ਹ ਨੂੰ ਆ ਭਾਈ, ਤੇ ਉਹ 'ਤੇ ਆਪਾਂ ਵਿਚਾਰਾਂ ਕਰਾਂਗੇ। ਦਾਸ ਖਿਮਾ ਦਾ ਜਾਚਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।